ਹੈਲੋ एवरीवन ਦਿਸ ਇਜ਼ ਦਾ YouTube ਚੈਨਲ ਸਿਮਰਨ ਐਡੂਕॉम। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਪੀਟੈਟ ਨਾਲ ਸੰਬੰਧਿਤ ਇੱਕ ਕੁਐਸਚਨ ਪੇਪਰ ਜਿਹੜਾ ਕਿ 2013 ਦਾ ਜੂਨ ਦੇ ਵਿੱਚ ਹੋਇਆ ਸੀ। ਅਸਲ ਦੇ ਵਿੱਚ ਜੂਨ ਦੇ ਵਿੱਚ 2013 ਦੇ ਵਿੱਚ ਦੋ ਟੈਟ ਦੇ ਪੇਪਰ ਹੋਏ ਸੀ, ਇੱਕ ਜੂਨ 'ਚ ਹੋਇਆ ਸੀ, ਇੱਕ ਦਸੰਬਰ ਦੇ ਵਿੱਚ ਹੋਇਆ ਸੀ, ਕਿਉਂਕਿ 2011 ਤੋਂ ਬਾਅਦ 12 ਦੇ ਵਿੱਚ ਦਸੰਬਰ ਜਿਹੜਾ ਟੈਟ ਦਾ ਪੇਪਰ ਨਹੀਂ ਹੋਇਆ ਸੀਗਾ। ਤਾਂ ਇਸ ਚੈਨਲ ਦੇ ਉੱਪਰ ਆਪਾਂ ਬਾਕੀ ਸਾਰੇ ਪੇਪਰ ਡਿਸਕਸ ਕਰ ਲਿਆ, ਸਿਰਫ 2013 ਵਾਲੇ ਕੁਐਸਚਨ ਪੇਪਰ ਹੀ ਰਹਿੰਦੇ ਆਪਣੇ। ਉਹਦੇ ਵਿੱਚ ਇੱਕ ਪੇਪਰ ਆਪਾਂ ਅੱਜ ਡਿਸਕਸ ਕਰਨ ਲੱਗੇ ਹਾਂ। ਤਾਂ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਰਿਕੁਐਸਟ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜਿਹੜੀ ਬਾਕੀ ਇਨਫੋਰਮੇਸ਼ਨ ਵੀ ਤੁਹਾਡੇ ਤੱਕ ਪਹੁੰਚਦੀ ਰਹੇ। ਤਾਂ ਮੈਂ ਜਦੋਂ ਇੱਕ ਕੁਐਸਚਨ ਨੂੰ ਸ਼ੁਰੂ ਕਰੂੰਗਾ ਤਾਂ ਇਹਦੇ ਵਿੱਚ ਮੇਰੇ ਕੋਲ ਇਹਦਾ ਪੈਡਾਗੋਗੀ ਵਾਲਾ ਪਾਰਟ ਆ, ਚਾਈਲਡ ਡਿਵੈਲਪਮੈਂਟ ਅਤੇ ਪੈਡਾਗੋਗੀ। ਆਪਾਂ ਉਹਦੇ 30 ਕੁਐਸਚਨ ਡਿਸਕਸ ਕਰਾਂਗੇ, ਥੋੜ੍ਹੇ ਡਿਸਕਸ ਕਰਾਂਗੇ, ਨਾਲ ਉਹਨਾਂ ਦੇ ਆਨਸਰ ਵੀ ਆਉਣਗੇ। ਪਰ ਇਹਦੇ ਵਿੱਚ ਇੱਕ ਗੱਲ ਨੋਟ ਕਰਨ ਵਾਲੀ ਕਿ ਜੇ ਆਪਾਂ ਇਹਨਾਂ ਕੁਐਸਚਨਾਂ ਦੇ ਡਿਟੇਲ ਵਿੱਚ ਜਾਂਦੇ ਹਾਂ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਜਿਹੜੀ ਲੈਂਥੀ ਵੀਡੀਓ ਬਣਦੀ ਆ। ਤਾਂ ਇਸ ਕਰਕੇ ਮੈਂ ਥੋੜ੍ਹਾ ਟੱਚ ਕਰਕੇ ਦੱਸੂੰਗਾ ਸਾਰਿਆਂ ਦੀਆਂ ਆਪਸ਼ਨਸ ਬਾਰੇ, ਔਰ ਉਮੀਦ ਕਰੂੰਗਾ ਕਿ ਤੁਹਾਨੂੰ ਜਿਹੜੀ ਬਿਲਕੁਲ ਸਮਝ ਲੱਗੂਗਾ ਔਰ ਤੁਹਾਡੇ ਲਈ ਫਾਇਦੇਮੰਦ ਹੋਊਗੀ। ਤਾਂ ਆਪਾਂ ਅੱਜ ਦਾ ਕੁਐਸਚਨ ਪੇਪਰ ਸ਼ੁਰੂ ਕਰਦੇ ਹਾਂ। ਪਹਿਲਾ ਕੁਐਸਚਨ ਹੈ, who said that cognition is in the center of emotions and moves toward it। ਕਹਿੰਦਾ ਕਿ ਹੇਠ ਲਿਖੇ ਵਿੱਚ ਆਪਣੇ ਕੋਲ ਹੇਠ ਲਿਖੇ ਨਾ 4 ਆਪਸ਼ਨਾਂ ਦੇ ਵਿੱਚ ਸਾਈਕੋਲੋਜਿਸਟ ਦਿੱਤੇ ਹੋਏ ਆ। ਇਹਨਾਂ ਦੇ ਵਿੱਚੋਂ ਕਿਹਨੇ ਕਿਹਾ ਸੀਗਾ ਜਿਹੜੀ ਇਮੋਸ਼ਨਸ ਆ ਉਹਦਾ ਸੈਂਟਰ ਕੀ ਹੁੰਦੀ, ਕੋਗਨੀਸ਼ਨ ਹੁੰਦੀ ਹੈ ਅਤੇ ਉਹਦੇ ਵੱਲ ਜਾਂਦੀ ਆ। ਹੂ ਸੈਡ ਕੋਗਨੀਸ਼ਨ ਇਜ਼ ਇਨ ਦੀ ਸੈਂਟਰਸ ਆਫ ਮੋਸ਼ਨ। ਜਿਹੜਾ ਸੰਗਿਆਨ ਆ, ਕੋਗਨੀਸ਼ਨ ਮਤਲਬ ਸੰਗਿਆਨ ਜਿਹੜੀ ਹੁੰਦੀ ਆ ਉਹ ਮੋਸ਼ਨਸ ਦਾ ਸੈਂਟਰ ਹੁੰਦੀ ਹੈ ਅਤੇ ਉਹਦੇ ਵੱਲ ਜਾਂਦੀ ਆ। ਤਾਂ ਪਹਿਲੇ ਨੰਬਰ 'ਤੇ ਆਪਣੇ ਕੋਲ ਸਕੈਚਰ ਐਂਡ ਸਿੰਗਰ ਹੈ, ਫਿਰ ਐਂਕਮੈਨ ਹੈ, ਫਿਰ ਕੈਨਨ ਐਂਡ ਬਰਡ ਹੈ, ਫਿਰ ਜੇਮਸ ਐਂਡ ਲੈਂਗੇ ਹੈ। ਤਾਂ ਅਸਲ ਦੇ ਵਿੱਚ ਜਿਹੜੀ ਥਿਊਰੀ ਸੀਗੀ ਇਮੋਸ਼ਨਸ ਦੀ, ਇਮੋਸ਼ਨ ਵਿੱਚ ਅਸਲ ਦੇ ਵਿੱਚ ਹੁੰਦਾ ਕੀ, ਇਮੋਸ਼ਨ ਹੁੰਦੀ ਹੈ ਐਕਸਾਈਟਡ ਸਟੇਟ ਹੁੰਦੀ ਹੈ ਆਪਣੀ ਬੋਡੀ ਦੀ ਅਤੇ ਮਾਈਂਡ ਦੀ ਜਿਹੜੀ ਹੁੰਦੀ ਉਹਨੂੰ ਆਪਾਂ ਇਮੋਸ਼ਨਸ ਬੋਲਦੇ ਹਾਂ। ਜਿਹੜੀ ਐਕਸਾਈਟਡ ਟੂ ਐਕਸਾਈਟ ਅਸਲ ਦੇ ਵਿੱਚ ਇਹ ਇੱਕ ਲੈਟਿਨ ਵਰਡ ਆ, ਟੂ ਐਕਸਾਈਟ ਹੋਣਾ ਅਤੇ ਐਕਸਾਈਟਡ ਸਟੇਟ ਹੁੰਦੀ ਹੈ ਆਪਣੀ ਬੋਡੀ ਦੀ। ਤਾਂ ਕੋਗਨੀਟਿਵ ਥਿਊਰੀ ਸੀ ਇਮੋਸ਼ਨਸ ਬਾਰੇ, ਉਹ ਦਿੱਤੀ ਸੀਗੀ ਆਪਣੇ ਕੋਲੇ ਸਕੈਚਸ ਐਂਡ ਸਿੰਗਰਸ ਨੇ। ਤਾਂ ਫਸਟ ਕੁਐਸਚਨ ਦੀ ਆਪਸ਼ਨ ਆਪਣੇ ਕੋਲੇ ਇਹ ਵਾਲੀ ਆਊਗੀ। ਇਸ ਤੋਂ ਬਾਅਦ ਜਿਹੜੀ ਦੂਸਰੀ ਆਪਸ਼ਨ ਦਿੱਤੀਆਂ ਹੋਈਆਂ ਜਿਵੇਂ ਕੈਨਨ ਐਂਡ ਬਰਡ ਹੈਗਾ ਆ, ਤਾਂ ਇਹ ਆਪਸ਼ਨ ਨਹੀਂ ਆਊਗੀ ਕਿਉਂਕਿ ਇਹਨੇ ਆਪਣੇ ਕੋਲੇ ਕਿ ਜਿਹੜੀ ਇਮੋਸ਼ਨਸ ਬਾਰੇ ਗੱਲ ਕਹੀ ਸੀਗੀ ਆਪਣੇ ਕਿਸੇ ਬ੍ਰੇਨ ਦਾ ਕੋਈ ਸੈਂਟਰ ਆ, ਉਹਦੇ ਵਿੱਚ ਕੁਝ ਪਾਰਟਸ ਹੈਗੇ ਨੇ, ਲੋਸ ਥੈਲਮਸ ਅਤੇ ਆਪਣੇ ਕੋਲੇ ਹਾਈਪੋਥੈਲਮਸ ਦੀ ਗੱਲ ਕੀਤੀ ਸੀ। ਜੇਮਸ ਲੈਂਗੇ ਨੇ ਕਿਹਦੀ ਗੱਲ ਕੀਤੀ ਸੀਗੀ, ਇਹਨੇ ਇਹ ਕਿਹਾ ਸੀ ਕਿ ਜਿਹੜੀ ਕੋਗਨੀਸ਼ਨ ਹੈ, ਕੋਗਨੀਸ਼ਨ ਥਿਊਰੀ ਆਫ ਇਮੋਸ਼ਨਸ ਆ, ਉਹ ਕੀ ਹੈ ਫਿਜ਼ੀਓਲੋਜੀਕਲ ਨੀਡ ਆ। ਮਤਲਬ ਆਪਣੇ ਕੋਲ ਸਿਰਫ ਜੇ ਆਪਾਂ ਕਹੀਏ ਕਿ ਇਹਨਾਂ 4 ਆਪਸ਼ਨਾਂ ਦੇ ਵਿੱਚੋਂ ਕੋਗਨੀਸ਼ਨ ਥਿਊਰੀ ਅਬਾਊਟ ਦਾ ਮੋਸ਼ਨਸ, ਭਾਵਾਂ ਬਾਰੇ, ਮੋਸ਼ਨਸ ਨੂੰ ਪੰਜਾਬੀ 'ਚ ਬੋਲਦੇ ਆ ਭਾਵਨਾਵਾਂ ਬਾਰੇ ਜਿਹੜੀ ਸੰਗਿਆਨ ਦੀ ਜਿਹੜੀ ਥਿਊਰੀ ਸੀ ਉਹ ਸਕੈਚਸ ਐਂਡ ਸਿੰਗਰ ਨੇ ਦਿੱਤੀ ਸੀ। ਨੈਕਸਟ ਕੁਐਸਚਨ ਆਪਣੇ ਕੋਲ ਕੀ ਆ ਗਿਆ, ਕੁਐਸਚਨ ਨੰਬਰ 2, ਵਟ ਅਮੰਗ ਦਾ ਫੋਲੋਇੰਗ ਅਲਟਰਨੇਟਿਵ ਨੋਟ ਯੂਜ਼ਡ ਟੂ ਰਿਕੋਗਨਾਈਜ਼ ਦਾ ਸਪੈਸ਼ਲ ਨੀਡ ਚਿਲਡਰਨ। ਧਿਆਨ ਨਾਲ ਪੜ੍ਹੋ ਕੁਐਸਚਨ ਨੂੰ, ਇਹਦੇ ਵਿੱਚ ਕੀ ਆਇਆ ਹੋਇਆ, ਹੇਠ ਲਿਖੇ ਅਲਟਰਨੇਟਿਵਸ ਦੇ ਵਿੱਚੋਂ ਨੋਟ ਯੂਜ਼ਡ, ਆਪਾਂ ਨੋਟ ਵਰਡ ਨੂੰ ਧਿਆਨ 'ਚ ਰੱਖਣਾ, ਨੋਟ ਯੂਜ਼ ਟੂ ਰਿਕੋਗਨਾਈਜ਼ ਸਪੈਸ਼ਲ ਨੀਡ ਚਿਲਡਰਨ। ਸੋਸ਼ਲ ਸਟੇਟਸ ਆਫ ਪੇਰੈਂਟਸ, NCERT ਰਿਪੋਰਟਸ ਆ ਗਈਆਂ, ਫਿਰ ਇੰਟਰਵਿਊ ਆਫ ਪੇਰੈਂਟਸ, ਫਿਰ ਆ ਗਿਆ ਪੈਟਰਨ ਆਫ ਬਿਹੇਵੀਅਰ। ਕਹਿੰਦਾ ਕਿ ਹੇਠ ਲਿਖੀਆਂ 4 ਆਪਸ਼ਨਾਂ ਦੇ ਵਿੱਚੋਂ ਸਪੈਸ਼ਲ ਨੀਡ ਵਾਲੇ ਬੱਚਿਆਂ ਨੂੰ ਆਪਾਂ ਰਿਕੋਗਨਾਈਜ਼ ਕਰਨਾ, ਉਹਨਾਂ ਦੀ ਆਪਾਂ ਸਟੱਡੀ ਕਰਨੀ, ਕਹਿ ਲਓ ਕਿ ਉਹਨਾਂ ਨੂੰ ਆਪਾਂ ਰਿਕੋਗਨਾਈਜ਼ ਕਰਨਾ ਉਹਨਾਂ ਨੂੰ, ਠੀਕ ਹੈ। ਤਾਂ ਜਾਂ ਕਹਿ ਲਓ ਕਿ ਉਹਨਾਂ ਨੂੰ ਪਛਾਣਨਾ ਹੈ, ਉਹਨਾਂ ਬੱਚਿਆਂ ਨੂੰ ਪਛਾਣਨਾ। ਤਾਂ ਆਪਾਂ ਇਹਨਾਂ ਵਿੱਚ ਕਿਹੜਾ ਤਰੀਕਾ ਨਹੀਂ ਵਰਤਾਂ, ਕਿ ਆਪਾਂ ਉਹਨਾਂ ਦੇ ਪੇਰੈਂਟਸ ਦਾ ਸੋਸ਼ਲ ਸਟੇਟਸ ਦੇਖ ਕੇ ਉਹਨਾਂ ਨੂੰ ਪਛਾਣਾਂਗੇ, ਕਿ ਉਹਨਾਂ ਦੀ ਜਿਹੜੀ ਆਪਣੇ ਕੋਲ NCERT ਰਿਪੋਰਟਾਂ ਉਹਨੂੰ ਦੇਖ ਕੇ ਪਛਾਣਾਂਗੇ, ਕੀ ਇੰਟਰਵਿਊ ਕਰਾਂਗੇ ਪੇਰੈਂਟਸ ਦੀ, ਕੀ ਆਪਾਂ ਉਹਨਾਂ ਦੇ ਬਿਹੇਵੀਅਰ ਨੂੰ ਰੀਡ ਕਰਾਂਗੇ, ਉਹਨਾਂ ਦੇ ਪੈਟਰਨ ਜਿਹੜਾ ਬਿਹੇਵੀਅਰ ਦਾ ਉਹਨੂੰ ਪੈਮਾਨਾ ਲਵਾਂਗੇ। ਤਾਂ ਆਹ ਜਿਹੜੇ 3 ਆਪਸ਼ਨਸ ਆਪਾਂ ਇਸ ਤੋਂ ਆਪਾਂ ਪਛਾਣ ਕਰ ਸਕਦੇ ਹਾਂ, NCERT ਰਿਪੋਰਟਸ ਤੋਂ ਵੀ, ਪੇਰੈਂਟਸ ਦੀ ਇੰਟਰਵਿਊ ਤੋਂ ਵੀ, ਪੈਟਰਨ ਆਫ ਬਿਹੇਵੀਅਰ ਤੋਂ। ਤਾਂ ਕਿਹਦੇ ਨਹੀਂ ਕਰ ਸਕਦੇ, ਉਹ ਆਨਸਰ ਆਏਗਾ ਆਪਣੇ ਕੋਲੇ ਇਹ ਸੋਸ਼ਲ ਸਟੇਟਸ ਆਫ ਪੇਰੈਂਟਸ। ਨੈਕਸਟ ਕੁਐਸਚਨ ਆਪਣੇ ਕੋਲ, ਤਾਂ ਇਹ ਦੂਸਰੇ ਕੁਐਸਚਨ ਦਾ ਆਨਸਰ ਆਪਣੇ ਕੋਲ ਇਹ ਆਪਸ਼ਨ ਆ ਜਾਏਗੀ। ਨੈਕਸਟ ਕੁਐਸਚਨ ਕੀ ਹੈ, ਵਿਚ ਅਮੰਗ ਦਾ ਫੋਲੋਇੰਗ ਇਜ਼ ਨਾਟ ਸਿਮਿਲਰ ਟੂ ਪ੍ਰੂਫਸ ਆਫ ਇੰਟੈਲੀਜੈਂਸ ਐਂਡ ਹੈਰੀਡਿਟੀ ਇਫੈਕਟਸ। ਕਹਿੰਦਾ ਕਿ ਇਹਨਾਂ ਦੇ ਵਿੱਚੋਂ ਕਿਹੜਾ ਆਪਣੇ ਕੋਲੇ ਕੀ ਆ, ਬੁੱਧੀ ਅਤੇ ਇੰਟੈਲੀਜੈਂਸੀ ਅਤੇ ਹੈਰੀਡਿਟੀ ਦੇ ਇਕੱਠੇ ਸਬੂਤਾਂ ਨਾਲ ਮੇਲ ਨਹੀਂ ਖਾਂਦਾ। ਇਹਨਾਂ ਦੇ ਵਿੱਚੋਂ ਜਿਹੜੇ 4 ਆਪਸ਼ਨਾਂ ਦਿੱਤੀਆਂ ਹੋਈਆਂ ਉਹ ਕੀ ਆ, ਇੰਟੈਲੀਜੈਂਸੀ ਅਤੇ ਹੈਰੀਡਿਟੀ, ਇਹਨਾਂ ਦੋਨਾਂ ਦੇ ਇਕੱਠੇ ਪ੍ਰੂਫਾਂ ਦੇ ਨਾਲ ਮੇਲ ਨਹੀਂ ਖਾਂਦਾ। ਕਿਹੜੀ ਆਪਸ਼ਨਸ ਆ, ਅਡੋਪਸ਼ਨ ਸਟੱਡੀ ਆਫ ਅਦਰ ਲੈਂਗੁਏਜ, ਸਿਮਿਲਰ ਸਟੱਡੀ, ਫਾਰਵਰਡ ਸਟੱਡੀ ਜਾਂ ਕਲੀਨਿਕਲ ਸਟੱਡੀ।
ਤਾਂ ਆਪਣੇ ਕੋਲੇ ਜੇ ਦੋਵਾਂ ਚੀਜ਼ਾਂ ਨੂੰ ਆਪਾਂ ਪ੍ਰੂਫ ਲੈਣਾ ਹੋਵੇ, ਇੰਟੈਲੀਜੈਂਸੀ ਨੂੰ ਤੇ ਹੈਰੀਡਿਟੀ ਨੂੰ, ਤਾਂ ਆਪਣੇ ਕੋਲੇ ਕਲੀਨਿਕਲ ਜਿਹੜੀ ਸਟੱਡੀ ਆ ਉਹ ਇਹਨਾਂ ਹੈਰੀਡਿਟੀ ਤੇ ਇੰਟੈਲੀਜੈਂਸੀ ਦੇ ਪ੍ਰੂਫਾਂ ਦੇ ਵਿੱਚ ਨਹੀਂ ਆਊਗੀ। ਜਿਵੇਂ ਅਡਾਪਟੇਸ਼ਨ ਆਫ ਸਟੱਡੀ ਆਫ ਅਦਰ ਲੈਂਗੁਏਜ, ਤਾਂ ਇਹ ਤੋਂ ਵੀ ਆਪਾਂ ਨੂੰ ਪਤਾ ਲੱਗ ਜਾਊਗਾ ਉਹਨਾਂ ਦੀ ਇੰਟੈਲੀਜੈਂਸੀ ਬਾਰੇ। ਸਿਮੀਲਰ ਸਟੱਡੀ ਤੋਂ ਉਹਨਾਂ ਦੀ ਹੈਰੀਡਿਟੀ ਬਾਰੇ ਪਤਾ ਲੱਗੂਗਾ। ਫਾਰਵਰਡ ਸਟੱਡੀ ਤੋਂ ਵੀ ਆਪਾਂ ਨੂੰ ਇੰਟੈਲੀਜੈਂਸ। ਬਟ ਕਲੀਨਿਕਲ ਜਿਹੜੀ ਸਟੱਡੀ ਹੈ ਉਹ ਹੈਰੀਡਿਟੀ ਇਫੈਕਟ ਨੂੰ ਨਹੀਂ ਦੱਸੂਗੀ। ਹੈਰੀਡਿਟੀ ਨੂੰ ਤਾਂ ਦੱਸ ਸਕਦੀ, ਬਟ ਹੈਰੀਡਿਟੀ ਦੇ ਇਫੈਕਟ ਨੂੰ, ਹੈਰੀਡਿਟੀ ਦੇ ਪ੍ਰਭਾਵ ਨੂੰ ਨਹੀਂ ਦੱਸੂਗੀ। ਤਾਂ ਕੁਐਸਚਨ ਨੰਬਰ ਆਪਣੇ ਕੋਲ ਥਰਡ ਕੀ ਹੈ, fourth, a teacher wants to estimate the creative ability of her students, then she should make। ਕਹਿੰਦਾ ਕਿ ਇੱਕ ਟੀਚਰ ਆ, ਉਹਨੇ ਆਪਣੇ ਕੀ ਕਰਨਾ, ਸਟੂਡੈਂਟਸ ਦੀ ਕ੍ਰੀਏਟਿਵ ਐਬਿਲਿਟੀ ਨੂੰ ਮਾਪਣਾ ਹੈ। ਤਾਂ ਉਹ ਕਿਸ ਤਰ੍ਹਾਂ ਕਰੂਗਾ? ਫਸਟ ਆਪਸ਼ਨ ਹੈ ਐਨ ਆਰਗੇਨਾਈਜ਼ਡ ਵਰਕ ਵਿੱਚ ਸ਼ੁੱਡ ਬੀ ਕੰਪਲੀਟਡ ਇਨ ਦੀ ਫਿਕਸ ਟਾਈਮ। ਕਹਿੰਦਾ ਕਿ ਕੰਮ ਨੂੰ ਉਹਨਾਂ ਨੂੰ ਦਿੱਤਾ ਜਾਵੇ ਜਿਹੜੇ ਉਹ ਇੱਕ ਫਿਕਸ ਟਾਈਮ ਵਿੱਚ ਕਰ ਲੈਂਦੇ ਆ। ਦੂਜਾ ਕੀ, ਐਨ ਆਰਗੇਨਾਈਜ਼ਡ ਵਰਕ ਵਿੱਚ ਸ਼ੁੱਡ ਬੀ ਕੰਪਲੀਟਡ ਔਨ ਇੰਡੀਵਿਜੂਅਲ ਸਪੀਡ। ਕਹਿੰਦਾ ਕਿ ਇਸ ਤਰ੍ਹਾਂ ਦਾ ਉਹਨਾਂ ਨੂੰ ਜਿਹੜਾ ਕੰਮ ਆ ਉਹਨਾਂ ਨੂੰ ਜਿਹਦੇ ਵਿੱਚ ਆਪਦੀ ਸਪੀਡ ਦੇ ਨਾਲ ਕੰਮ ਨੂੰ ਕਰ ਲੈਣ। ਫਿਰ ਆਪਣੇ ਕੋਲ ਥਰਡ ਆਪਸ਼ਨਸ ਕੀ ਆ, ਅੰਡਰ ਦਾ ਪਲੈਨਿੰਗ ਆਫ ਵੈਲੂਏਸ਼ਨ ਫਲੈਕਸੀਬਿਲਿਟੀ ਇਨ ਵੇਰੀਅਸ ਓਪਨ ਐਂਡ ਵਰਕਸ। ਕਹਿੰਦਾ ਕਿ ਉਹ ਜਿਹੜੇ ਆਪਣੇ ਵੈਲੂਏਸ਼ਨ ਕਰਦਾ ਆ ਉਹ ਬਿਲਕੁਲ ਫਲੈਕਸੀਬਲ ਹੋਵੇ, ਖੁੱਲ੍ਹੇ ਤਰੀਕੇ ਦੇ ਨਾਲ ਹੋਵੇ ਅਤੇ ਓਪਨ ਐਂਡ ਹੋਵੇ। ਤਾਂ ਆਪਣੇ ਕੋਲ ਇਸ ਕੁਐਸਚਨ ਦੇ ਵਿੱਚ, ਕੁਐਸਚਨ ਨੰਬਰ 4 ਦੇ ਵਿੱਚ ਆਪਣੇ ਕੋਲ ਸੀ ਆਪਸ਼ਨ ਆਏਗੀ ਕਿ ਉਹਨੂੰ ਬੱਚੇ ਨੂੰ ਕੰਮ ਕਰਨ ਦੇਵੇ ਔਰ ਉਸ ਨੂੰ ਜਿਹੜੀ ਆਪਣੀ ਟੀਚਰ ਨੂੰ ਚਾਹੀਦਾ ਕਿ ਉਹਨੂੰ ਜਿਹੜਾ ਵੈਲੂਏਟ ਕਰਨਾ ਉਹ ਫਲੈਕਸੀਬਿਲਿਟੀ ਤਰੀਕੇ ਨਾਲ ਅਤੇ ਓਪਨ ਐਂਡ ਨਾਲ ਮੁਲਾਂਕਣ ਕਰੇ। ਵੀ ਅਗਰ ਕੋਈ ਬੱਚਾ ਕੋਈ ਐਕਸਟਰਾ ਆਪਾਂ ਨੂੰ ਉਹਦਾ ਸਲਿਊਸ਼ਨ ਜਾਂ ਐਕਸਟਰਾ ਕੋਈ ਵਰਕ ਕਰਕੇ ਦੱਸਦਾ ਹੈ ਤਾਂ ਆਪਾਂ ਨੂੰ ਉਹਦੇ ਬਾਰੇ ਵੀ ਸੋਚਣਾ ਚਾਹੀਦਾ, ਤਾਂ ਹੀ ਆਪਾਂ ਬੱਚੇ ਦੀ ਕ੍ਰੀਏਟੀਵਿਟੀ ਨੂੰ ਮੇਜ਼ਰ ਕਰ ਸਕਦੇ। ਇਹ ਨਹੀਂ ਕਿ ਆਪਾਂ ਵੀ ਅਸੀਂ ਤੁਹਾਨੂੰ ਇੰਨਾ ਪੁੱਛਿਆ, ਜਿਵੇਂ ਆਪਣੇ ਮੋਸਟਲੀ ਕਹਿ ਦਿੰਦੇ ਆ ਕਿ ਕਿਸੇ ਚੀਜ਼ ਨੂੰ ਲਿਖਦਾ ਬੱਚਾ ਜਾਂ ਕੋਈ ਐਸੇ ਲਿਖਦਾ, ਕੋਈ ਸਟੋਰੀ ਲਿਖਦਾ, ਤਾਂ ਉਹ ਇੱਕ ਫਿਕਸਡ ਨਹੀਂ ਕਿ ਤੁਸੀਂ ਨਹੀਂ ਇਸ ਤਰ੍ਹਾਂ ਹੀ ਲਿਖਣੀ। ਅਗਰ ਬੱਚਾ ਆਪਣੇ ਕੋਲ ਵੀ ਕੋਈ ਐਕਸਟਰਾ ਐਡ ਕਰਦਾ ਤਾਂ ਕ੍ਰੀਏਟੀਵਿਟੀ ਦਿਖਾਉਂਦਾ ਆ, ਤਾਂ ਆਪਾਂ ਨੂੰ ਉਸ ਚੀਜ਼ ਨੂੰ ਵੀ ਐਕਸੈਪਟ ਕਰਨ ਦੀ ਜਿਹੜੀ ਟੀਚਰ ਦੇ ਵਿੱਚ ਐਬਿਲਿਟੀ ਹੋਵੇ ਔਰ ਉਹਦੀ ਵੈਲੂਏਸ਼ਨ ਫਲੈਕਸੀਬਿਲਿਟੀ ਹੋਵੇ, ਉਹਨੂੰ ਐਕਸਟਰਾ ਜਿਹੜਾ ਮੋਟੀਵੇਸ਼ਨ ਦੇਣੀ ਚਾਹੀਦੀ ਹੈ। ਤਾਂ ਸੀ ਆਪਸ਼ਨ ਆਏਗਾ ਫੋਰਥ ਕੁਐਸਚਨ ਦਾ। ਕੁਐਸਚਨ ਨੰਬਰ ਆਪਣੇ ਕੋਲ ਆ ਗਿਆ 5th, ਵਿਚ ਅਮੰਗ ਦਾ ਫੋਲੋਇੰਗ ਇਜ਼ ਅ ਸਾਈਨ ਆਫ ਕ੍ਰੀਏਟਿਵ ਅਪਰੋਚ ਮੈਥਡ। ਇਹ ਜਿਹੜੀਆਂ 4 ਆਪਸ਼ਨ ਦਿੱਤੀਆਂ ਇਹਦੇ ਵਿੱਚੋਂ ਕ੍ਰੀਏਟਿਵ ਅਪਰੋਚ ਕਿਹੜੀ ਹੋਊਗੀ? ਫਸਟ ਆਪਸ਼ਨ ਹੈ ਐਬਸੈਂਟ ਆਫ ਪੇਪਰ ਪੈਨਸਲ ਟੈਸਟ। ਕਹਿੰਦਾ ਵੀ ਜੇ ਅਗਰ ਆਪਾਂ ਨੂੰ ਵੈਲੂਏਸ਼ਨ ਦੇ ਵਿੱਚ ਪੇਪਰ ਪੈਨਸਲ ਟੈਸਟ ਨਾ ਵਰਤਿਆ ਜਾਵੇ, ਵੀ ਔਰਲ ਟੈਸਟ ਹੋਵੇ। ਦੂਸਰੀ ਆਪਸ਼ਨ ਕੀ, ਨੋ ਵੈਲੂਏਸ਼ਨ ਟਿਲ ਸੀਨੀਅਰ ਸੈਕੰਡਰੀ। ਕਹਿੰਦਾ ਕਿ ਸੀਨੀਅਰ ਸੈਕੰਡਰੀ ਕਲਾਸ ਤੱਕ ਕੋਈ ਵੈਲੂਏਸ਼ਨ ਨਾ ਕੀਤੀ ਜਾਵੇ। ਨੈਕਸਟ ਆਪਣੇ ਕੋਲ ਹੈਗਾ ਵੈਲੂਏਸ਼ਨ ਅਕੋਰਡਿੰਗ ਟੂ ਡਿਮਾਂਡ ਆਫ ਸਟੂਡੈਂਟ। ਕਹਿੰਦਾ ਕਿ ਵੈਲੂਏਸ਼ਨ ਹੋਵੇ ਇਸ ਤਰ੍ਹਾਂ ਜਿਵੇਂ ਕਿ ਸਟੂਡੈਂਟ ਚਾਹੁੰਦੇ ਆ। ਡੀ ਆਪਸ਼ਨ ਕੀ ਹੈ, ਅਵੈਲੂਏਸ਼ਨ ਐਂਡ ਕੋਗਨੀਸ਼ਨ ਬਾਏ ਸਟੂਡੈਂਟ। ਸੈਲਫ ਵੈਲੂਏਸ਼ਨ ਕਹਿੰਦਾ ਕਿ ਜਿਹੜੀ ਆਪਣੇ ਕੋਲ ਵਿਦਿਆਰਥੀ ਵੱਲੋਂ ਨਾ ਸੈਲਫ ਵੈਲੂਏਸ਼ਨ ਅਤੇ ਆਪਦੀ ਜਿਵੇਂ ਕੋਗਨੀਸ਼ਨ ਕੀਤੀ, ਜਿਵੇਂ ਆਪਾਂ ਚਿੰਤਨ ਕੀਤਾ ਜਾਵੇ। ਤਾਂ 5th ਕੁਐਸਚਨ ਦਾ ਡੀ ਆਨਸਰ ਆਏਗਾ। ਤਾਂ ਸਾਈਨ ਆਫ ਕ੍ਰੀਏਟਿਵ ਅਪਰੋਚ ਕੀ ਹੋਇਆ ਕਿ ਜਿਹਦੇ ਵਿੱਚ ਸਟੂਡੈਂਟ ਆਪਣੇ ਆਪ ਕੀ ਕਰੇ, ਸੈਲਫ ਵੈਲੂਏਟ ਕਰੇ, ਉਹ ਟੈਸਟ ਦੇਖ ਕੇ ਵੀ ਉਹਨੂੰ ਲੱਗੇ। ਠੀਕ ਹੈ, ਤਾਂ ਇਹਦੀ ਆਪਸ਼ਨ ਆਏਗੀ 5th ਦੀ ਡੀ। ਕੁਐਸਚਨ ਨੰਬਰ 6th ਕੀ ਹੈ, ਵਿਚ ਅਮੰਗ ਦਾ ਫੋਲੋਇੰਗ ਕੋਗਨੀਸ਼ਨ ਪ੍ਰੋਸੈਸ ਇਜ਼ ਟੋਟਲੀ ਕਰੈਕਟ ਐਂਡ ਸ਼ੋਰ ਦਾ ਐਬਿਲਿਟੀ। ਕਹਿੰਦਾ ਕਿ ਇਹਨਾਂ ਦੇ ਵਿੱਚੋਂ ਜਿਹੜਾ ਆਪਣੇ ਕੋਲ ਹੈਗਾ ਕਿਹੜਾ ਕੋਗਨੀਸ਼ਨ ਪ੍ਰੋਸੈਸ ਆ ਜਿਹੜਾ ਬਿਲਕੁਲ ਸਹੀ ਹੈ ਅਤੇ ਆਪਣੇ ਕੋਲੇ ਉਹਨੂੰ ਸ਼ੋਰ ਕਰਦਾ, ਐਬਿਲਿਟੀ ਨੂੰ ਸ਼ੋਰ ਕਰਦਾ। ਤਾਂ ਇਹ ਆਪਣੇ ਕੋਲ ਅਸਿਮੀਲੇਸ਼ਨ, ਟੂ ਰਿਸੀਵ ਅਗੈਨ, ਟੂ ਪ੍ਰੋਵਾਈਡ ਕੋਡ ਜਾਂ ਚੰਕਿੰਗ ਜਿਹੜਾ ਬੋਲਦੇ, ਇਹਨਾਂ ਸਾਰਿਆਂ ਦੇ ਵਿੱਚੋਂ ਕਿਹੜਾ ਕੋਗਨੀਸ਼ਨ ਪ੍ਰੋਸੈਸ ਆ ਜਿਹੜਾ ਕੋਗਨੀਸ਼ਨ ਪ੍ਰੋਸੈਸ ਦੇ ਵਿੱਚ ਜਦੋਂ ਉਹਨੂੰ ਕੋਡ ਪ੍ਰੋਵਾਈਡ ਹੁੰਦਾ, ਜਿਹੜਾ ਕਿ ਅਸਲ ਦੇ ਵਿੱਚ ਜਿਹੜਾ ਕੋਗਨੀਸ਼ਨ ਪ੍ਰੋਸੈਸ ਹੁੰਦਾ ਨਾ ਉਹਦੇ ਵਿੱਚ ਅਸਿਮੀਲੇਸ਼ਨ, ਕੰਮੋਡੇਸ਼ਨ ਅਤੇ ਇੱਕ ਹੋਰ ਟਰਮ ਆਉਂਦੀ ਹੁੰਦੀ ਹੈ। ਇਹ ਜਦੋਂ ਆਪਾਂ ਜੀਨ ਪੈਕੇ ਦੀ ਥਿਊਰੀਜ਼ ਪੜ੍ਹਦੇ ਹਾਂ ਉਹਦੇ ਵਿੱਚ ਪੂਰੀ ਡਿਟੇਲ ਆ ਜਾਂਦੀ ਆ। ਤਾਂ ਕੀ ਹੁੰਦਾ ਕਿ ਬਾਹਰੋਂ ਨੌਲੇਜ ਨੂੰ ਦੇਖਦਾ, ਫਿਰ ਉਹਦੇ ਆਪਣੇ ਐਕਸਪੀਰੀਅੰਸ ਜਿਹੜੇ ਜਾਂ ਆਈਡੀਆ ਉਹਦੇ ਦਿਮਾਗ ਦੇ ਵਿੱਚ ਹੁੰਦੇ ਆ, ਤਾਂ ਬਾਹਰੋਂ ਜੋ ਉਹਨੂੰ ਨੌਲੇਜ ਮਿਲਦੀ ਉਹਨੂੰ ਉਹਦੇ ਵਿੱਚ ਫਿੱਟ ਕਰਨ ਦੀ ਕੋਸ਼ਿਸ਼ ਕਰਦਾ। ਜੇ ਉਹ ਫਿੱਟ ਨਹੀਂ ਹੁੰਦਾ ਫਿਰ ਉਹਨੂੰ ਆਪਣੇ ਤਰੀਕੇ ਦੇ ਨਾਲ ਉਹਨੂੰ ਮੋਲਡ ਜਿਵੇਂ ਕਹਿੰਦੇ ਨੇ ਕਰਦਾ ਹੈ। ਤਾਂ ਜਿਹੜੀ ਉਹਦੇ ਵਿੱਚ ਕੋਡਿੰਗ ਹੁੰਦੀ ਆ ਉਹ ਇੱਕ ਟੋਟਲ ਕੋਗਨੀਸ਼ਨ ਪ੍ਰੋਸੈਸ ਹੁੰਦਾ ਜਿਹੜਾ ਕਿ ਕਰੈਕਟ ਅਤੇ ਐਬਿਲਿਟੀ ਨੂੰ ਸ਼ੋਰ ਕਰਦਾ। ਕੁਐਸਚਨ ਨੰਬਰ 7 ਆ, ਵਿਚ ਸਟੇਟਮੈਂਟ ਇਜ਼ ਬੇਸਡ ਔਨ ਐਕਸਪਲੇਨੇਸ਼ਨ। ਇਹ ਕੁਐਸਚਨ ਕੋਈ ਜ਼ਿਆਦਾ ਵਧੀਆ ਜਿਹਾ ਨਹੀਂ ਲੱਗਿਆ ਮੈਨੂੰ ਵੀ, ਬਟ ਇਹਦਾ ਆਨਸਰ ਉਹਨਾਂ ਨੇ ਦਿੱਤਾ ਹੈ ਡੀ। ਕਹਿੰਦਾ ਕਿ ਹੇਠ ਲਿਖਿਆਂ ਦੇ ਚਾਰਾਂ ਦੇ ਵਿੱਚੋਂ ਕਿਹੜੀ ਜਿਹੜੀ ਸਟੇਟਮੈਂਟ ਹੈ ਉਹ ਐਕਸਪਲੇਨੇਸ਼ਨ 'ਤੇ ਬੇਸਡ ਹੈ। ਸਿਧਾਰਥ ਗੋਟ ਮੈਕਸੀਮਮ ਨੰਬਰ ਇਨ ਦੀ ਮੈਥੇਮੈਟਿਕਸ। ਸਿਧਾਰਥ ਨੇ ਮੈਕਸੀਮਮ ਨੰਬਰ ਮੈਥੇਮੈਟਿਕਸ ਮਿਲੇ। ਸਮੀਰ ਡਿਡ ਸਾਇੰਸ ਪ੍ਰੈਕਟੀਕਲ ਬਿਫੋਰ ਦਾ ਹਿਸ ਕਲਾਸਮੇਟ। ਸਮੀਰ ਨੇ ਕਹਿੰਦਾ ਕਿ ਸਾਇੰਸ ਦੇ ਪ੍ਰੈਕਟੀਕਲ ਆਪਣੀ ਕਲਾਸ ਦੇ ਵਾਲਿਆਂ ਤੋਂ ਪਹਿਲਾਂ ਕਰ ਲਏ ਸੀ। ਮਨੀਤਾ's ਮਾਰਕਸ ਆਫ ਟੈਸਟ ਵਾਸ 75% ਮੋਰ ਦੈਨ ਹਰ ਕਲਾਸਮੇਟਸ। ਜਾਂ ਵਿਚ ਸਮਸ ਗਿਵ ਟੂ
why was she given 8 right answers ਆਊਟ ਆਫ ਦਾ 10? ਤਾਂ ਆਪਾਂ ਇਹ ਕਹਿ ਸਕਦੇ ਵੀ ਇਹਦੇ ਵਿੱਚ ਕੁਐਸਚਨ ਨੰਬਰ ਡੀ ਦੇ ਵਿੱਚ ਇਹ ਸਟੇਟਮੈਂਟ ਦਿੰਦਾ ਕਿ ਇਹਨੂੰ ਆਪਾਂ ਐਕਸਪਲੇਨ ਕਰ ਸਕਦੇ, ਇਹ ਐਕਸਪਲੇਨੇਸ਼ਨ ਬੇਸਡ ਹੈ। ਨੈਕਸਟ ਕੁਐਸਚਨ ਨੰਬਰ ਆਪਣੇ ਕੋਲ 8 ਹੈ ਕਿ ਵੈਨ ਦਾ ਕ੍ਰੀਏਟਿਵ ਥਿੰਕਿੰਗ ਅਰਾਈਜ਼ਸ ਕ੍ਰਿਟੀਕਲ ਥਿੰਕਿੰਗ, ਕਹਿੰਦਾ ਕਿ ਜਦੋਂ ਕ੍ਰੀਏਟਿਵ ਥਿੰਕਿੰਗ ਅਰਾਈਜ਼ ਹੁੰਦੀ ਆ ਤਾਂ ਕ੍ਰਿਟੀਕਲ ਥਿੰਕਿੰਗ ਕੀ ਹੁੰਦੀ ਆ? ਤਾਂ ਆਪਾਂ ਨੂੰ ਇਹ ਪਤਾ ਫਲੈਕਸੀਬਲ ਹੋਵੇ ਕ੍ਰਿਟੀਕਲ ਥਿੰਕਿੰਗ ਤਾਂ ਫਿਰ ਤਾਂ ਕ੍ਰੀਏਟਿਵ ਹੋਣੀ ਨਹੀਂ, ਮਿਸਗਾਈਡਡ ਹੋਵੇ ਤਾਂ ਫਿਰ ਕ੍ਰੀਏਟਿਵ ਦੇ ਨੇੜੇ ਤੇੜੇ ਵੀ ਨਹੀਂ ਆਪਾਂ ਜਾ ਸਕਦੇ। ਐਨਾਲਿਟਿਕਲੀ ਵਰਡ ਆਊਗਾ, ਐਨਾਲਿਟਿਕ ਮਤਲਬ ਵਿਸ਼ਲੇਸ਼ਣ ਕਰਦੀ ਜਿਹੜੀ ਥਿੰਕਿੰਗ, ਜਿਹੜੀ ਵਿਸ਼ਲੇਸ਼ਣ ਐਨਾਲਾਈਜ਼ ਕਰਦੀ ਆ ਉਹ ਹੀ ਅੱਗੇ ਜਾ ਕੇ ਕ੍ਰੀਏਟਿਵ ਥਿੰਕਿੰਗ ਦੇ ਵਿੱਚ ਕਨਵਰਟ ਹੋ ਸਕਦੀ ਹੈ। ਤਾਂ 8th ਕੁਐਸਚਨ ਦਾ ਆਨਸਰ ਆਪਣੇ ਕੋਲ ਕੀ ਆ ਜਾਏਗਾ? ਬੀ ਆਪਸ਼ਨ ਇਜ਼ ਦਾ ਰਾਈਟ ਆਨਸਰ। ਕੁਐਸਚਨ ਨੰਬਰ 9th ਕੀ ਹੈ? ਬਿਫੋਰ ਰੀਚਿੰਗ ਐਟ ਐਨੀ ਐਂਡ ਟੂ ਆਇਡੈਂਟੀਫਾਈ ਦ ਡਿਫਰੈਂਟ ਅਲਟਰਨੇਟਿਵ ਇਜ਼ ਵਟ ਟਾਈਪ ਆਫ ਪਰਸਨੈਲਿਟੀ ਆਇਡੈਂਟੀਫਿਕੇਸ਼ਨ, ਕਹਿੰਦਾ ਕਿਸੇ ਵੀ ਨਤੀਜੇ 'ਤੇ ਪਹੁੰਚਣ ਤੇ ਤੋਂ ਪਹਿਲਾਂ ਅਗਰ ਆਪਾਂ ਕੋਈ ਡਿਫਰੈਂਟ ਅਲਟਰਨੇਟਸ ਨੂੰ ਦੇਖਦੇ ਹਾਂ ਤਾਂ ਕਿਸ ਤਰ੍ਹਾਂ ਦੀ ਪਰਸਨੈਲਿਟੀ ਆਇਡੈਂਟੀਫਿਕੇਸ਼ਨਸ, ਅਲੱਗ-ਅਲੱਗ ਤਰ੍ਹਾਂ ਦੀਆਂ ਪਰਸਨੈਲਿਟੀ ਵਾਲੇ ਟੌਪਿਕ ਦੇ ਆਇਡੈਂਟੀਫਿਕੇਸ਼ਨਸ ਆਉਂਦੀਆਂ ਤਾਂ ਜਿਹਦੇ ਵਿੱਚ ਆਪਾਂ ਅਲੱਗ-ਅਲੱਗ ਅਲਟਰਨੇਟਸ ਨੂੰ ਆਇਡੈਂਟੀਫਾਈ ਕਰਦੇ ਹਾਂ ਉਹਨੂੰ ਆ ਬੋਲਦੇ ਹਾਂ ਆਪਾਂ ਆਇਡੈਂਟੀਫਿਕੇਸ਼ਨ ਆਫ ਰਿਸਟ੍ਰਿਕਸ਼ਨਸ। ਕੁਐਸਚਨ ਨੰਬਰ 9 ਦਾ ਆਪਸ਼ਨ ਕੀ ਆਏਗਾ? ਸੀ ਆਪਸ਼ਨ। ਕੁਐਸਚਨ ਨੰਬਰ 10 ਆਪਣੇ ਕੋਲੇ ਕੀ ਹੈ? ਵਿਚ ਅਮੰਗ ਦਾ ਫੋਲੋਇੰਗ ਇਜ਼ ਨਾਟ ਏ ਸਾਈਨ ਆਫ ਐਜੂਕੇਸ਼ਨ ਪ੍ਰੋਸੈਸ, ਜਿਹੜਾ ਐਜੂਕੇਸ਼ਨ ਪ੍ਰੋਸੈਸ ਆ ਉਹ ਹੇਠ ਲਿਖਿਆ ਚਾਰਾਂ ਵਿੱਚੋਂ ਕਿਹੜਾ ਜਿਹੜਾ ਉਹਦਾ ਸਾਈਨ ਨਹੀਂ ਗਾ? ਐਜੂਕੇਸ਼ਨ ਟੇਕਸ ਬਰਥ ਓਨਲੀ ਥਰੂ ਦਾ ਪ੍ਰੀਚਿੰਗ, ਕਹਿੰਦੇ ਕਿ ਜਿਹੜੀ ਐਜੂਕੇਸ਼ਨ ਹੈ ਨਾ ਉਹ ਸਿਰਫ ਜਨਮ ਲੈਂਦੀ ਆ ਕਿ ਕਿਵੇਂ? ਉਪਦੇਸ਼ਾਂ ਰਾਹੀਂ। ਕੁਐਸਚਨ ਨੰਬਰ 10 ਆ ਗਿਆ ਵਿਚ ਅਮੰਗ ਦਾ ਫੋਲੋਇੰਗ ਇਜ਼ ਨਾਟ ਏ ਸਾਈਨ ਆਫ ਐਜੂਕੇਸ਼ਨ ਪ੍ਰੋਸੈਸ, ਕਹਿੰਦਾ ਕਿ ਇਹਨਾਂ ਦੇ ਵਿੱਚੋਂ ਆਪਣਾ ਕਿਹੜਾ ਐਜੂਕੇਸ਼ਨ ਦਾ ਸਾਈਨ ਨਹੀਂ ਗਾ, ਇਹਦੇ 'ਚ ਨਹੀਂ ਵਰਡ ਆਇਆ। ਤਾਂ ਕਿਹੜੇ ਆਪਸ਼ਨ ਨੇ? ਪਹਿਲੀ ਆਪਸ਼ਨ ਹੈ ਐਜੂਕੇਸ਼ਨ ਟੇਕਸ ਬਰਥ ਓਨਲੀ ਥਰੂ ਪ੍ਰੀਚਿੰਗ, ਕਹਿੰਦਾ ਕਿ ਉਪਦੇਸ਼ਾਂ ਰਾਹੀਂ ਸਿਰਫ ਜਿਹੜੀ ਐਜੂਕੇਸ਼ਨ ਮਿਲਦੀ ਆ। ਐਜੂਕੇਸ਼ਨ ਇਜ਼ ਏ ਕੰਟੀਨਿਊਸ ਪ੍ਰੋਸੈਸ, ਇੱਕ ਨਿਰੰਤਰ ਪ੍ਰਕਿਰਿਆ। ਐਜੂਕੇਸ਼ਨ ਇਜ਼ ਬੇਸਡ ਔਨ ਏਮਸ, ਇਹ ਉਦੇਸ਼ਾਂ 'ਤੇ ਆਧਾਰਿਤ ਹੁੰਦੀ ਹੈ। ਐਜੂਕੇਸ਼ਨ ਇਜ਼ ਲਾਈਫ ਲੌਂਗ ਪ੍ਰੋਸੈਸ, ਇਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਚੱਲਦੀ ਹੈ, ਜਿਹੜੀ ਬਰਥ ਤੋਂ ਲੈ ਕੇ ਡੈਥ ਤੱਕ। ਤਾਂ ਇਹਨਾਂ ਸਾਰਿਆਂ ਦੇ ਵਿੱਚ ਜਿਹੜੀਆਂ ਮਗਰਲੀਆਂ 3 ਆਪਸ਼ਨਸ ਹੈਗੀਆਂ ਆਪਣੇ ਕੋਲੇ ਕਿ ਇਹ ਕੰਟੀਨਿਊਸ ਪ੍ਰੋਸੈਸ ਆ, ਇਜ਼ ਬੇਸਡ ਔਨ ਏਮਸ ਐਂਡ ਇਜ਼ ਲਾਈਫ ਲੌਂਗ ਪ੍ਰੋਸੈਸ, ਇਹ ਸਾਰੀਆਂ ਰਾਈਟ ਨੇ। ਬਟ ਆਪਾਂ ਨੂੰ ਪੁੱਛਿਆ ਸੀਗਾ ਨਾਟ ਏ ਸਾਈਨ ਆਫ ਐਜੂਕੇਸ਼ਨ, ਐਜੂਕੇਸ਼ਨ ਦਾ ਸਾਈਨ ਨਹੀਂ ਗਾ, ਉਹ ਹੈਗਾ ਫਸਟ ਆਪਸ਼ਨ ਐਜੂਕੇਸ਼ਨ ਟੇਕਸ ਬਰਥ ਓਨਲੀ। ਇੱਕ ਓਨਲੀ ਵਰਡ ਵੀ ਇਹਨੇ ਦਿੱਤਾ, ਉਪਦੇਸ਼ਾਂ ਰਾਹੀਂ ਹੁੰਦੀ ਬਟ ਨਾਲ ਓਨਲੀ ਵਰਡ ਦਿੱਤਾ ਹੋਇਆ। ਤਾਂ ਇਹ ਪ੍ਰੀਚਿੰਗ ਮਤਲਬ ਆਪਾਂ ਜਿਹਨੂੰ ਆਪਾਂ ਉਪਦੇਸ਼ ਦਿੰਦੇ ਹਾਂ ਉਹਨਾਂ ਰਾਹੀਂ ਇਹ ਜਿਹੜੀ ਹੈ ਜਨਮ ਲੈਂਦੀ ਨਹੀਂ, ਇਹ ਇੱਕ ਬਾਏ ਬਰਥ ਤੋਂ ਲੈ ਕੇ ਡੈਥ ਤੱਕ ਜਿਹੜਾ ਪ੍ਰਕਿਰਿਆ ਹੁੰਦੀ ਰਹਿੰਦੀ ਹੈ। ਨੈਕਸਟ ਕੁਐਸਚਨ ਦੇਖੋ, ਕੁਐਸਚਨ ਨੰਬਰ ਆਪਣੇ ਕੋਲ ਕੀ ਹੈ? 11 ਬ੍ਰੇਲ ਇਜ਼ ਯੂਜ਼ਡ ਟੂ ਏਮ ਔਨ ਸਟੱਡੀ, ਕਹਿੰਦੇ ਕਿ ਜਿਹੜੀ ਆਪਣੇ ਕੋਲੇ ਜਿਹੜੇ ਬੱਚੇ ਜਿਹੜੇ ਕੀ ਹੁੰਦੇ ਕਿ ਕੁਝ ਨਾ ਸਪੈਸ਼ਲ ਨੀਡ ਵਾਲੇ ਬੱਚੇ ਹੁੰਦੇ ਆ, ਉਹਨਾਂ ਨੂੰ ਦਿਖਦਾ ਨਹੀਂ ਹੁੰਦਾ, ਉਹਨਾਂ ਨੂੰ ਪੜ੍ਹਾਉਣ ਵਾਸਤੇ ਆਪਾਂ ਇੱਕ ਬ੍ਰੇਲ ਯੂਜ਼ ਕਰਦੇ ਹਾਂ, ਠੀਕ ਹੈ। ਕਹਿੰਦਾ ਵਿਚ ਅਮੰਗ ਦਾ ਫੋਲੋਇੰਗ ਸੈਂਸ ਇਜ਼ ਯੂਜ਼ ਟੂ ਸਟੱਡੀ ਥਰੂ ਦਾ ਬ੍ਰੇਲ, ਕਹਿੰਦਾ ਇਹ 8 ਲਿਖਿਆਂ ਦੇ ਵਿੱਚੋਂ ਕਿਹੜੀ ਸੈਂਸ ਨੂੰ ਆਪਾਂ ਯੂਜ਼ ਕਰਦੇ ਹਾਂ ਕਾਹਦੇ ਵਾਸਤੇ? ਬ੍ਰੇਲ ਪੜ੍ਹਾਉਣ ਦੇ ਲਈ। ਅਸਲ ਦੇ ਵਿੱਚ ਕੁਐਸਚਨ ਦੇ 2 ਮੀਨਿੰਗ ਨਿਕਲਦੇ ਆ, ਇੱਕ ਤਾਂ ਕਿ ਜਿਹੜੀ ਬ੍ਰੇਲ ਹੈ ਉਹ ਕਿਹੜਾ ਸੈਂਸ ਰਾਹੀਂ ਆਪਾਂ ਮਤਲਬ ਬੱਚਿਆਂ ਨੂੰ ਪੜ੍ਹਾਵਾਂਗੇ। ਤਾਂ ਬ੍ਰੇਲ ਜਿਹੜੇ ਬੱਚੇ ਆਪਣੇ ਕੋਲ ਵਿਜ਼ਨ 'ਚ ਕਮਜ਼ੋਰ ਹੈ ਤਾਂ ਇਹ ਆਨਸਰ ਏ ਉਹਦੇ ਅਕੋਰਡਿੰਗ ਤਾਂ ਬਣੇਗਾ ਕਿ ਜਿਹੜੀ ਬ੍ਰੇਲ ਹੈ ਉਹ ਵਿਜ਼ਨ ਵੀਕ ਵਾਲੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਵਰਤਦੇ। ਬਟ ਦੂਸਰੀ ਇਹਦੇ ਇਹ ਕੁਐਸਚਨ ਦਾ ਮੀਨਿੰਗ ਬਣ ਜਾਂਦਾ ਕਿ ਜੇ ਆਪਾਂ ਨੂੰ ਦਿਖਦਾ ਤਾਂ ਹੈ ਨਹੀਂ ਬਟ ਆਪਾਂ ਇੱਕ ਜਿਹੜੇ ਅੱਖਰ ਉੱਕਰੇ ਹੁੰਦੇ ਆ ਬਾਹਰ ਨਿਕਲੇ ਹੁੰਦੇ ਉਹਨਾਂ ਨੂੰ ਟੱਚ ਕਰਕੇ ਉਹ ਦੇਖਦੇ ਆ ਵੀ ਉਹਦਾ ਕੀ ਆਕਾਰ ਆ। ਤਾਂ ਇਹਦਾ ਮਤਲਬ ਇਹ ਹੈ ਵੀ ਉਹ ਇੱਕ ਜਿਹੜੀ ਹੁੰਦੀ ਇੱਕ ਟੈਕਚੁਲੇਟਡ ਵਰਡ ਯੂਜ਼ ਕਰਦੇ ਆ। ਉਹ ਜਿਹੜੀ ਆਪਸ਼ਨ ਦੇ ਵਿੱਚ ਤਾਂ ਕਿਤੇ ਵੀ ਉਹਨੂੰ ਦਿੱਤਾ ਨਹੀਂ ਹੋਇਆ, ਟੈਕਚੁਅਲ ਏਡ ਹੁੰਦੀ ਆ ਟੱਚ ਦੇ ਨਾਲ। ਤਾਂ ਉਹ ਜਿਹੜੇ ਆ ਉਸ ਅੱਖਰਾਂ ਨੂੰ ਪੜ੍ਹਦੇ ਆ ਤਾਂ ਉਹਨੂੰ ਕੀ ਆਪਾਂ ਕਹਿ ਦਿੰਦੇ ਕਿ ਥਰੂ ਟੱਚ ਦੇ ਯੂਜ਼ਡ ਟੂ ਸਟੱਡੀ ਥਰੂ ਬ੍ਰੇਲ। ਤਾਂ ਇਹਦੇ ਇੱਕ ਵਾਰੀ ਆਨਸਰ ਉਹਨਾਂ ਨੇ ਇਹ ਹੀ ਦਿੱਤਾ ਹੋਇਆ। ਨੈਕਸਟ ਕੁਐਸਚਨ ਆਪਣੇ ਕੋਲ ਕੀ ਦਿੱਤਾ ਹੋਇਆ? 12th ਕੁਐਸਚਨ ਇਨ ਦੀ ਥਿਊਰੀ ਆਫ ਇੰਟੈਲੀਜੈਂਟ ਹੂ ਕ੍ਰਿਟੀਸਾਈਜ਼ ਦਾ ਮਲਟੀ ਇੰਟੈਲੀਜੈਂਸ ਥਿਊਰੀ। ਤਾਂ ਜਿਹੜੀ ਇੰਟੈਲੀਜੈਂਸ ਦੀਆਂ ਅਲੱਗ-ਅਲੱਗ ਥਿਊਰੀਜ਼ ਦਿੱਤੀਆਂ ਜਿਵੇਂ ਹਾਰਵਰਡ ਗਾਰਡਨਰ ਦਿੱਤੀ ਸੀ, ਡੇਵਿਡ ਐਸਲਰਸ ਨੇ ਕੀਤੀਆਂ, ਰੋਬਰਟ ਸਟੇਨਬਰਗ ਆ ਗਿਆ, ਅਲਫਰਡ ਬਿਨਟ ਆ ਗਿਆ। ਤਾਂ ਇਹਨਾਂ ਦੇ ਵਿੱਚੋਂ ਕਿਹੜਾ ਸੀਗਾ ਜਿਹਨੇ ਮਲਟੀਪਲ ਇੰਟੈਲੀਜੈਂਸ ਥਿਊਰੀ ਨੂੰ ਕ੍ਰਿਟੀਸਾਈਜ਼ ਕੀਤਾ ਸੀ, ਉਹਦੀ ਆਲੋਚਨਾ ਕੀਤੀ ਸੀ ਕਿ ਨਹੀਂ ਇਹ ਵਾਲਾ ਜਿਹੜਾ ਤਰੀਕਾ ਹੈ ਮਲਟੀਪਲ ਇੰਟੈਲੀਜੈਂਸ ਵਾਲਾ ਇਹ ਪਰਫੈਕਟ ਨਹੀਂ ਗਾ ਇੰਟੈਲੀਜੈਂਸ ਨੂੰ ਮੇਜ਼ਰ ਕਰਨ ਦਾ। ਤਾਂ ਜਿਵੇਂ ਇਹਦੇ ਵਿੱਚ ਆਪਸ਼ਨਸ ਆ ਗਈਆਂ ਕਿ ਹਾਰਵਰਡ ਗਾਰਡਨਰ ਜਿਹੜਾ ਹੈਗਾ ਇਹਨੇ ਤਾਂ ਆਪ ਇੱਕ ਗਾਰਡਨਰ ਦੀ ਥਿਊਰੀ ਵੈਰੀ ਇੰਪੋਰਟੈਂਟ ਹੈ, ਇਹਨੇ 7 ਇੰਡੀਪੈਂਡੈਂਟ ਥਿਊਰੀ ਆਫ ਇੰਟੈਲੀਜੈਂਸ ਦਿੱਤੀਆਂ ਸੀ ਆਪਣੇ ਕੋਲੇ। ਤਾਂ ਮਲਟੀਪਲ ਇੰਟੈਲੀਜੈਂਟ ਥਿਊਰੀ ਹੀ ਇਹਦੀ ਸੀਗੀ ਇਹ ਆਪਸ਼ਨ।
फिर अपने कोल डेविड एसलर्स, ये भी जिहड़ा सीगा ये भी ने भी क्रिटिसाइज नहीं किया। रॉबर्ट स्टेनबर्ग ऑप्शन आएगी सी। क्यों? क्योंकि इन्हें कॉग्नीटिव या प्रॉब्लम सॉल्विंग थ्योरी दी सी इंटैलीजेंसी के उपर। इन्हें ਜਿਹੜੀਆਂ ਅਲੱਗ-ਅਲੱਗ ਇੰਟੈਲੀਜੈਂਸੀ ਵਾਲੀਆਂ ਜਿਹੜੇ ਫੈਕਟਰ ਥਿਊਰੀ ਸੀ ਉਹਨਾਂ ਨੂੰ ਸਾਰਿਆਂ ਨੂੰ ਇਗਨੋਰ ਕੀਤਾ ਸੀਗਾ, ਉਹਨਾਂ ਸਾਰਿਆਂ ਨੂੰ ਕਿਹਾ ਸੀ, ਕੰਟਰਾਡਿਕਟ ਕੀਤਾ ਸੀਗਾ। ਤਾਂ ਇਹਨੇ ਕਿਹੜੀ ਥਿਊਰੀ ਦਿੱਤੀ ਸੀ ਆਪਣੇ ਕੋਲੇ? ਕੋਗਨੀਟਿਵ ਇੰਟੈਲੀਜੈਂਸ ਥਿਊਰੀ ਜਾਂ ਪ੍ਰੋਬਲਮ ਸੋਲਵਿੰਗ ਥਿਊਰੀ ਵੀ ਬੋਲਦੇ ਆ। ਅੱਗੇ ਅਲਫਰਡ ਬੈਨੇਟ ਆ ਗਿਆ। ਇਹਨੇ ਤਾਂ ਜਿਹੜਾ ਆਪਾਂ ਨੂੰ IQ ਵਾਲਾ ਫਾਰਮੂਲਾ ਸੀਗਾ IQ ਕੈਲਕੂਲੇਟ ਕਰਨ ਦਾ, ਇੰਟੈਲੀਜੈਂਟ ਕੋਸ਼ੈਂਟ ਕੈਲਕੂਲੇਟ ਕਰਨ ਦਾ, ਮੈਂਟਲ ਏਜ ਓਵਰ ਕਰੋਨੋਲੋਜੀਕਲ ਏਜ, ਹੈ ਨਾ। ਤਾਂ ਇਹਦੇ ਵਿੱਚ ਇਹਦੀ ਸਟੱਡੀ ਦੇ ਵਿੱਚ ਸਕੇਲ ਦੇ ਵਿੱਚ ਹੈਲਪ ਕੀਤੀ ਸੀ। ਉਹ ਜਿਹੜੀ ਮੈਂਟਲ ਏਜ ਵਾਲਾ ਕਨਸੈਪਟ ਸੀਗਾ ਉਹ ਕਿਹਨੇ ਦਿੱਤਾ ਸੀਗਾ? ਅਲਫਰਡ ਬੈਨੇਟ ਨੇ। ਜਿਹੜਾ ਇਹ ਵਾਲਾ ਆਪਸ਼ਨ ਆਪਣੇ ਕੋਲ ਦਿੱਤੀ ਹੋਈ ਹੈ ਨਾ D, ਇਹ ਕੁਐਸਚਨ ਇੱਕ ਇਹ ਵੀ ਆਇਆ ਸੀ ਕਿ ਮੈਂਟਲ ਏਜ ਵਾਲਾ ਕਨਸੈਪਟ ਜਾਂ ਮੈਂਟਲ ਏਜ ਟਰਮ ਕਿਹਨੇ ਦਿੱਤੀ ਹੈ? ਉਹ ਦਿੱਤੀ ਹੋਈ ਅਲਫਰਡ ਬੈਨੇਟ ਨੇ। ਤਾਂ ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ, ਕੁਐਸਚਨ ਨੰਬਰ 13, ਫਾਰਮੈਟ ਆਫ ਵੈਲੂਏਸ਼ਨ ਡਿਡ ਨੋਟ ਪ੍ਰੈਜੈਂਟ ਵੈਲ ਥਰੂ। ਜਿਹੜੀ ਫਾਰਮੈਟ ਵੈਲੂਏਸ਼ਨ ਆ ਕਹਿੰਦਾ ਹੇਠ ਰਾਹੀਂ ਹੇਠ ਲਿਖਿਆਂ ਵਿੱਚੋਂ ਕਿਸ ਰਾਹੀਂ ਵਧੀਆ ਨਹੀਂ ਕੀਤੀ ਜਾਂਦੀ। ਫਾਰਮੈਟ ਆਪਾਂ ਡਿਊਰਿੰਗ ਕਲਾਸ ਡਿਊਰਿੰਗ ਇੰਸਟਰਕਸ਼ਨਸ ਆਪਾਂ ਦਿੰਦੇ ਹਾਂ। ਤਾਂ ਆਪਾਂ ਨੂੰ ਪਤਾ ਵੀ ਜਿਹੜਾ ਐਨੂਅਲ ਟੈਸਟ ਹੁੰਦਾ ਉਹ ਸਮੇਟਿਵ ਹੁੰਦਾ, ਉਹ ਐਂਡ ਆਫ ਦਾ ਸੈਸ਼ਨ, ਐਂਡ ਆਫ ਦਾ ਈਅਰ ਹੁੰਦਾ। ਇਸ ਕਰਕੇ ਜਿਹੜੀ ਇਹਦੀ ਆਪਸ਼ਨ ਆ ਸੀ ਆਈ, ਕਿਉਂਕਿ ਉਹਨੇ ਡਿਡ ਨਾਟ ਵਰਡ ਪਾਇਆ ਸੀਗਾ, ਡਿਡ ਨਾਟ ਪ੍ਰੈਜੈਂਟ ਵੈਲ ਥਰੂ। ਤਾਂ ਇਹਦੀ ਆਪਸ਼ਨ ਕੀ ਆਏਗੀ? ਸੀ। ਨੈਕਸਟ ਕੁਐਸਚਨ ਨੰਬਰ 14 ਦਾ ਆਪਣੇ ਕੋਲੇ ਕੀ ਆ ਗਿਆ? ਵਿਚ ਅਮੰਗ ਦਾ ਫੋਲੋਇੰਗ ਅਲਟਰਨੇਟਸ ਇਜ਼ ਏ ਸਾਈਨ ਆਫ ਪ੍ਰੋਗਰੈਸਿਵ ਐਜੂਕੇਸ਼ਨ। ਤਾਂ ਪ੍ਰੋਗਰੈਸਿਵ ਅਗਾਂਹ ਵਧੂ ਐਜੂਕੇਸ਼ਨ ਦਾ ਸਾਈਨ ਕਿਹੜਾ ਨੇ ਚਾਰ ਆਪਸ਼ਨ ਦੇ ਵਿੱਚੋਂ? ਫਲੈਕਸੀਬਲ ਸਿਟਿੰਗ ਪਲਾਨ, ਵੀ ਬੱਚੇ ਜਿਵੇਂ ਮਰਜ਼ੀ ਬੈਠੇ ਹੋਣ, ਇਹ ਵਾਲਾ, ਜਾਂ ਕੰਟੀਨਿਊਸ ਵੈਲੂਏਸ਼ਨ, ਤਾਂ ਉਹਨਾਂ ਦੀ ਵੈਲੂਏਸ਼ਨ ਜਿਹੜੀ ਨਾਲ ਨਾਲ ਹੁੰਦੀ ਰਹੇ, ਲੈਸਨ ਸੈਂਟਰਡ ਟੀਚਿੰਗ, ਜਾਂ ਕਹਿ ਲਓ ਕਿ ਜਿਹੜਾ ਆਪਣੇ ਕੋਲੇ ਟੀਚਿੰਗ ਆ ਉਹ ਸਿਰਫ ਲੈਸਨ 'ਤੇ ਆਧਾਰਿਤ ਹੀ ਹੋਏ, ਆਪਾਂ ਕਿਸੇ ਬੁੱਕ ਤੋਂ ਪੜ੍ਹ ਕੇ ਹੀ ਪੜ੍ਹਾਈਏ। ਐਮਫੇਸਾਈਜ਼ ਔਨ ਪ੍ਰੈਜੈਂਟੇਸ਼ਨ ਆਫ ਟੈਸਟ, ਜਾਂ ਕਿ ਜਿਹੜੇ ਆਪਾਂ ਟੈਸਟ ਆ ਉਹਨੂੰ ਕਿਵੇਂ ਪ੍ਰੈਜੈਂਟ ਕਰਨਾ ਉਹਦੇ 'ਤੇ ਜ਼ਿਆਦਾ ਧਿਆਨ ਦਈਏ। ਤਾਂ ਇਹ 14th ਕੁਐਸਚਨ ਦੀ ਆਪਸ਼ਨ ਆਪਣੇ ਕੋਲ ਕੀ ਆਏਗੀ? B, ਕਿਉਂਕਿ ਜਿਹੜੀ ਵੀ ਇਹ ਟੀਚਿੰਗ ਹੁੰਦੀ ਹੈ, ਜਿਹੜੀ ਵੀ ਐਜੂਕੇਸ਼ਨ ਹੁੰਦੀ ਹੈ, ਜੇਕਰ ਉਹਦੇ ਵਿੱਚ ਆਪਾਂ ਉਹਨੂੰ ਸਮੇਂ-ਸਮੇਂ 'ਤੇ ਚੈੱਕ ਕਰਦੇ ਰਹਾਂਗੇ ਕਿ ਉਹਦੀ ਜਿਹੜੀ ਵੈਲੂਏਸ਼ਨ ਉਹ ਸਹੀ ਹੋ ਰਹੀ, ਉਹਦਾ ਮੁਲਾਂਕਣ ਸਹੀ ਹੋ ਰਿਹਾ, ਜਿਹੜਾ ਆਪਾਂ ਲੈਸਨ ਜਾਂ ਕਹਿ ਲਓ ਕਿ ਕੋਈ ਆਪਾਂ ਟੀਚ ਕਰਦੇ ਕਿ ਉਹਦਾ ਉਦੇਸ਼ ਉਹਨੂੰ ਆਪਾਂ ਨੂੰ ਪ੍ਰਾਪਤ, ਜਿਹੜਾ ਆਪਾਂ ਮਿੱਥਿਆ ਸੀ ਵੀ ਇਹ ਚੀਜ਼ ਸਿੱਖਣੀ ਚਾਹੀਦੀ ਬੱਚੇ ਨੇ ਕਿ ਉਹ ਸਿੱਖੀ ਆ, ਉਹਨੂੰ ਆਪਾਂ ਨਾਲ ਨਾਲ ਚੈੱਕ ਕਰਾਂਗੇ ਤਾਂ ਹੀ ਉਹਦਾ ਮਤਲਬ ਜ਼ਿਆਦਾ ਬੈਨੀਫਿਟ ਹੋਊਗਾ ਔਰ ਆਪਾਂ ਉਹਨੂੰ ਉਸ ਤਰ੍ਹਾਂ ਦੀ ਐਜੂਕੇਸ਼ਨ ਪ੍ਰੋਗਰੈਸਿਵ ਜਾਂ ਅਗਾਂਹ ਵਧੂ ਐਜੂਕੇਸ਼ਨ ਕਹਾਂਗੇ। ਨੈਕਸਟ ਕੁਐਸਚਨ ਨੰਬਰ 15 ਹੈ, ਆਈਡੈਂਟੀਫਿਕੇਸ਼ਨ ਆਫ ਲਰਨਿੰਗ ਵਿਦ ਲਰਨਿੰਗ ਡਿਸੇਬਿਲਿਟੀਜ਼ ਵਿਚ ਅਮੰਗ ਦਾ ਫੋਲੋਇੰਗ ਕੈਨ ਨਾਟ ਬੀ ਡਾਇਰੈਕਟਲੀ ਰਿਲੇਟਡ ਟੂ ਦਾ ਲਰਨਰ। ਆਪਣੇ ਕੋਲ ਕੀ ਕੁਐਸਚਨ ਆ? ਆਈਡੈਂਟੀਫਿਕੇਸ਼ਨ ਆਫ ਲਰਨਰ ਵਿਦ ਲਰਨਿੰਗ ਡਿਸੇਬਿਲਿਟੀਜ਼। ਆਪਾਂ ਉਹਨਾਂ ਲਰਨਰ ਦੀ, ਉਹਨਾਂ ਬੱਚਿਆਂ ਦੀ ਆਈਡੈਂਟੀਫਿਕੇਸ਼ਨ ਕਰਨੀ ਹੈ ਜਿਨ੍ਹਾਂ ਦੀ ਜਿਹੜੇ ਡਾਇਰੈਕਟਲੀ ਮਤਲਬ ਜਿਹੜਾ ਲਰਨਿੰਗ ਡਿਸੇਬਿਲਿਟੀ, ਜਿਹੜੇ ਕਿਸੇ ਤਰ੍ਹਾਂ ਦੀ ਐਬਿਲਿਟੀ ਜਿਹੜੀ ਹੈ ਡਿਸੇਬਿਲਿਟੀ ਡਿਸਆਰਡਰ ਦਿਖਾਉਂਦੇ ਆ। ਤਾਂ ਇਹਦੇ ਵਿੱਚ ਚਾਰ ਆਪਸ਼ਨਸ ਨੇ, ਲੈਕ ਆਫ ਕੋਆਰਡੀਨੇਸ਼ਨ ਹੈ, ਹੈਂਡ ਐਂਡ ਆਈ। ਤਾਂ ਇਹ ਆਪਸ਼ਨ ਨਹੀਂ ਆਊਗੀ ਕਿਉਂਕਿ ਇਹਦੇ ਵਿੱਚ ਕੀ ਹੈ ਕਿ ਇਹ ਇੱਕ ਤਰ੍ਹਾਂ ਦੀ ਡਿਸੇਬਿਲਿਟੀ ਹੀ ਆ। ਤਾਂ ਆਪਣੀ ਆਪਸ਼ਨ ਬਣੇਗੀ ਹਾਈਪਰ ਐਕਟਿਵ। ਹਾਈਪਰ ਐਕਟਿਵ ਉਹ ਸਟੇਜ ਹੁੰਦੀ ਜਦੋਂ ਬੱਚੇ ਵਿੱਚ ਬਹੁਤ ਸਾਰੀ એનર્ਜੀ ਹੁੰਦੀ ਹੈ, ਠੀਕ ਹੈ। ਤਾਂ ਮੈਂ ਕੁਐਸਚਨ ਦੁਬਾਰਾ ਪੜ੍ਹੂੰਗਾ, ਕੀ ਹੈ ਕਿ ਲਰਨਰ ਆਈਡੈਂਟੀਫਿਕੇਸ਼ਨ ਆਫ ਲਰਨਰ ਵਿਦ ਲਰਨਿੰਗ ਡਿਸੇਬਿਲਿਟੀ ਵਿਚ ਅਮੰਗ ਦਾ ਫੋਲੋਇੰਗ ਕੈਨ ਨਾਟ ਬੀ ਡਾਇਰੈਕਟਲੀ ਰਿਲੇਟਡ ਟੂ ਦਾ ਲਰਨਰ। ਤਾਂ ਇਹਨਾਂ ਦੇ ਵਿੱਚੋਂ ਕਹਿੰਦਾ ਲਰਨਰ ਦੇ ਨਾਲ ਰਿਲੇਟਡ ਕਿਹੜੀ ਨਹੀਂ ਲਰਨਿੰਗ ਡਿਸੇਬਿਲਿਟੀਜ਼ ਬਾਰੇ। ਤਾਂ ਆ ਵੀ ਲਰਨਿੰਗ ਡਿਸੇਬਿਲਿਟੀ ਬਣ ਜਾਂਦੀ ਹੈ, ਪੂਰ ਰਾਈਟਿੰਗ ਵੀ ਇੱਕ ਲਰਨਿੰਗ ਡਿਸੇਬਿਲਿਟੀ ਬਣ ਸਕਦੀ, ਲੈਕ ਆਫ ਮੈਮਰੀ। ਬਟ ਹਾਈਪਰ ਐਕਟੀਵਿਟੀ ਜਿਹੜੀ ਹੈਗੀ ਆ ਲਰਨਿੰਗ ਡਿਸੇਬਿਲਿਟੀ ਨਹੀਂ ਗੀ। ਇਹ ਇੱਕ ਸਟੇਜ ਹੁੰਦੀ ਹੈ ਜਦੋਂ ਬੱਚੇ ਵਿੱਚ ਐਕਸਟਰਾ ਐਨਰਜੀ ਹੁੰਦੀ, ਉਹਨੂੰ ਚੈਨਲਾਈਜ਼ ਕਰਨ ਦੀ ਲੋੜ ਹੁੰਦੀ ਆ, ਉਸ ਐਨਰਜੀ ਨੂੰ ਪ੍ਰੋਪਰ ਯੂਜ਼ ਕਰਨ ਦੀ ਲੋੜ ਹੁੰਦੀ ਆ। ਤਾਂ ਹਾਈਪਰ ਐਕਟਿਵ ਜਿਹੜਾ ਬੱਚਾ ਹੁੰਦਾ, ਜਿਹੜਾ ਕਲਾਸ ਟਿਕ ਕੇ ਨਹੀਂ ਬੈਠਦਾ, ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਡਿਸਏਬਲ ਆ, ਵੀ ਉਹ ਲਰਨ ਨਹੀਂ ਕਰ ਸਕਦਾ ਜਾਂ ਉਹਨੂੰ ਕੋਈ ਡਿਸਆਰਡਰ ਆ। ਉਹਦੀ ਐਨਰਜੀ ਨੂੰ ਆਪਾਂ ਥਰੂ ਮੋਟੀਵੇਸ਼ਨ ਜਾਂ ਕਿਸੇ ਹੋਰ ਵਿਧੀ ਨਾਲ ਆਪਾਂ ਪ੍ਰੋਪਰ ਯੂਜ਼ ਕਰਕੇ ਉਹਦੀ ਲਰਨਿੰਗ ਕਰ ਸਕਦੇ ਹਾਂ। ਕੁਐਸਚਨ ਨੰਬਰ ਆਪਣੇ ਕੋਲ ਆ ਗਿਆ 16th, ਕੀ ਹੈ? ਕੁਐਸਚਨ ਨੰਬਰ 16 ਹੈਗਾ, ਮੋਟੀਵੇਸ਼ਨ ਇਜ਼ ਇੰਪਾਰਟੈਂਟ ਇਨ ਲਰਨਿੰਗ ਪ੍ਰੋਸੈਸ ਇਜ਼ ਇੰਪਾਰਟੈਂਟ ਇਨ ਲਰਨਿੰਗ। ਕਹਿੰਦਾ ਕਿ ਮੋਟੀਵੇਸ਼ਨ ਲਰਨਿੰਗ ਦੇ ਵਿੱਚ ਇੰਪੋਰਟੈਂਟ ਆ। ਕਿਉਂ? ਹੈਲਪਸ ਟੂ ਸ਼ਾਰਪ ਦਾ ਮੈਮਰੀ ਆਫ ਦਾ ਲਰਨਰ। ਕੀ ਕਰਦੀ ਹੈ ਕਿ ਇਹ ਮੈਮਰੀ, ਲਰਨਰ ਦੇ ਮੈਮਰੀ ਨੂੰ ਸ਼ਾਰਪ ਕਰਦੀ ਹੈ। ਹੈਲਪਸ ਟੂ ਡਿਫਰੈਂਸ਼ੀਏਟ ਇਨ ਨਿਊ ਐਜੂਕੇਸ਼ਨ ਐਂਡ ਇਨ ਓਲਡ ਐਜੂਕੇਸ਼ਨ। ਕਹਿੰਦਾ ਕਿ ਉਹ ਨਵੀਂ ਐਜੂਕੇਸ਼ਨ ਅਤੇ ਪੁਰਾਣੀ ਐਜੂਕੇਸ਼ਨ ਨੂੰ ਦੇ ਵਿੱਚ ਫ਼ਰਕ ਦੱਸਣ 'ਚ ਮਤਲਬ ਇਹ ਹੈਲਪ ਕਰਦੀ ਹੈ। ਹੈਲਪਸ ਟੂ ਥਿੰਕ ਵੇਰੀਅਸ ਡਾਇਰੈਕਸ਼ਨ ਟੂ ਲਰਨਰ। ਤਾਂ ਇਹ ਕੀ ਕਰਦੀ ਹੈ ਕਿ ਜਿਹੜਾ ਲਰਨਰ ਹੁੰਦਾ ਹੈ
ਉਹਨੂੰ ਅਲੱਗ-ਅਲੱਗ ਦਿਸ਼ਾਵਾਂ ਦੇ ਵਿੱਚ ਸੋਚਣ ਦੇ ਵਿੱਚ ਹੈਲਪ ਕਰਦੀ ਹੈ। ਜਾਂ ਡੀ ਆਪਸ਼ਨ ਇਟ ਹੈਲਪਸ ਟੂ ਕ੍ਰੀਏਟ ਇੰਟਰਸਟ ਇਨ ਲਰਨਿੰਗ। ਤਾਂ ਮੋਟੀਵੇਸ਼ਨ ਦਾ ਮਤਲਬ ਜਦੋਂ ਆਪਾਂ ਕੋਈ ਬੱਚਾ ਆਪਣੇ ਕੋਲ ਕੰਮ ਕਰਕੇ ਲੈਣ ਉਹਨੂੰ ਆਪਾਂ ਸ਼ਾਬਾਸ਼ ਦਿੰਦੇ ਹਾਂ ਹੈ ਨਾ, ਤਾਂ ਉਹ ਕੰਮ ਨੂੰ ਹੋਰ ਜ਼ਿਆਦਾ ਕਰਕੇ ਲੈ ਕੇ ਆਊਗਾ, ਉਹਨੂੰ ਕਿਸ ਤਰ੍ਹਾਂ ਦਾ ਰਿਵਾਰਡ ਵੀ ਦੇ ਦਿੰਦੇ ਆਪਾਂ। ਤਾਂ ਆਪਣੇ ਕੋਲੇ ਕੀ ਹੈ, ਜਿਹੜੀ ਆਪਸ਼ਨ ਡੀ ਆਊਗੀ ਕਿ ਉਹਦਾ ਜਿਹੜਾ ਇਹ ਕ੍ਰੀਏਟ ਕਰੂਗੀ ਇੰਟਰਸਟ ਕਾਹਦੇ 'ਚ, ਇਨ ਲਰਨਿੰਗ। ਤਾਂ 16th ਕੁਐਸਚਨ ਦਾ ਆਪਣੇ ਕੋਲ ਆਨਸਰ ਕੀ ਆ ਜਾਏਗਾ, ਡੀ ਆਪਸ਼ਨ ਆ ਜਾਏਗੀ। ਠੀਕ ਹੈ। ਕੁਐਸਚਨ ਨੰਬਰ 17 ਕੀ ਹੈ, ਵਿਚ ਇਜ਼ ਦਾ ਕਾਜ਼ ਆਫ ਡਾਊਨ ਸਿੰਡਰਮ ਅਮੰਗ ਦਾ ਫੋਲੋਇੰਗ। ਇੱਕ ਡਾਊਨ ਸਿੰਡਰਮ ਜਿਹੜਾ ਡਿਸਆਰਡਰ ਹੈ ਉਹਦਾ ਕਾਜ਼ ਕੀ ਹੈ। ਇਹ ਐਕਚੁਅਲੀ ਮੈਡੀਕਲ ਟਰਮ ਤੁਸੀਂ ਕਹਿ ਸਕਦੇ ਹੋ। ਇਹ ਅਸਲ ਦੇ ਵਿੱਚ ਹੁੰਦਾ ਕੀ ਹੈ, ਇਹ ਇੱਕ ਜੈਨੇਟਿਕ ਡਿਸਆਰਡਰ ਹੈ। ਕਿਹਦੇ ਕਰਕੇ ਹੁੰਦਾ, ਅਬਨੋਰਮਲ ਜਿਹੜੇ ਸੈਲਜ਼ ਹੁੰਦੇ ਆ ਉਹਨਾਂ ਦੀ ਜਿਹੜੀ ਡਿਵੀਜ਼ਨ ਦੇ ਵਿੱਚ ਕੋਈ ਕ੍ਰੋਮੋਸੋਮ ਦੇ ਵਿੱਚ ਪ੍ਰੋਬਲਮਸ ਆਉਂਦੀ ਹੈ। ਜੈਨੇਟਿਕ ਮਟੀਰੀਅਲ ਜਿਹੜਾ ਹੁੰਦਾ ਕ੍ਰੋਮੋਸੋਮ ਉਹਦੇ ਵਿੱਚ ਮੈਡੀਕਲ ਟਰਮਸ ਦੇ ਵਿੱਚ, ਤਾਂ ਉਹਦੇ ਵਿੱਚ ਪ੍ਰੋਬਲਮ ਆਉਂਦੀ। ਤਾਂ ਇਹ ਕੀ ਅਨਨੈਚੁਰਲ ਕ੍ਰੋਮੋਸੋਮਸ ਹੁੰਦੇ ਆ। 17 ਦਾ ਏ ਆਪਸ਼ਨ ਆ ਜਾਊਗਾ। ਜਿਹੜਾ ਡਾਊਨ ਸਿੰਡਰਮ ਹੈ ਇੱਕ ਜੈਨੇਟਿਕ ਉਹਦੀ ਮਤਲਬ ਜੈਨੇਟਿਕ ਡਿਸਆਰਡਰ ਆ। ਜਨਰੇਸ਼ਨ ਨਹੀਂ ਬੋਲਾਂਗੇ ਆਪਾਂ, ਜਦੋਂ ਉਹਦੀ ਬਰਥ ਹੁੰਦਾ ਜਾਂ ਉਹਦਾ ਕੀ ਆ ਸਟਾਰਟਿੰਗ ਵਿੱਚ ਸੈੱਲ ਡਿਵੀਜ਼ਨ ਹੁੰਦੀ ਜਦੋਂ। ਠੀਕ ਹੈ। ਤਾਂ ਆਪਣੇ ਕੋਲੇ ਕੀ ਹੈ ਨੈਕਸਟ ਕੁਐਸਚਨ, ਜਦੋਂ ਇਹ ਇੱਕ ਮੈਡੀਕਲ ਟਰਮ ਆ, ਸਪਰਮ ਤੇ ਐਗ ਦੇ ਵਿੱਚ ਕ੍ਰੋਮੋਸੋਮ ਦੇ ਵਿੱਚ ਪ੍ਰੋਬਲਮ ਆਉਂਦੀ। ਠੀਕ ਹੈ। ਕੁਐਸਚਨ ਨੰਬਰ ਆਪਣੇ ਕੋਲੇ 18th ਕੀ ਹੈ, ਵਿਚ ਆਫ ਇਜ਼ ਦਾ ਐਡਿਕੁਏਟ ਡੈਫੀਨੇਸ਼ਨ ਆਫ ਲੈਂਗੁਏਜ ਰਿਲੇਸ਼ਨ ਤੇ ਪ੍ਰੀ ਐਸਟੀਮੇਸ਼ਨ। ਕਹਿੰਦਾ ਕਿ ਇਹਨਾਂ ਦੇ ਵਿੱਚੋਂ ਸਹੀ ਕੀ ਭਾਸ਼ਾ ਦੇ ਸੰਬੰਧੀ ਪੂਰਵ ਅਨੁਮਾਨ ਦੀ ਸਹੀ ਮਤਲਬ ਕੀ ਆਪਣੇ ਕੋਲੇ ਪਰਿਭਾਸ਼ਾ ਆ ਭਾਸ਼ਾ ਦੇ ਸੰਬੰਧੀ ਜਿਹੜੀ ਇਹ ਆਊਗੀ। ਇਹਦੇ ਵਿੱਚ ਆਪਣੇ ਕੋਲ ਸੀ ਆਪਸ਼ਨ ਆਉਂਦੀ ਹੈ, ਈਚ ਥਿੰਕਿੰਗ ਸਟਾਰਟਸ ਫਰੋਮ ਲੈਂਗੁਏਜ ਕੈਟਾਗਰੀ। ਕਹਿੰਦਾ ਵੀ ਆਪਾਂ ਕੋਈ ਵੀ ਥਿੰਕਿੰਗ ਜਿਹੜੀ ਕਰਾਂਗੇ ਉਹ ਹਮੇਸ਼ਾ ਦੇ ਹਮੇਸ਼ਾ ਇੱਕ ਲੈਂਗੁਏਜ ਤੋਂ ਹੀ ਸ਼ੁਰੂ ਹੁੰਦੀ ਹੈ। ਜਿਵੇਂ ਕਹਿੰਦੇ ਕੋਈ ਕਹਿ ਲਓ ਕਿ ਜਿਹੜੀ ਹਰੇਕ ਸੋਚ ਆ ਉਹ ਭਾਸ਼ਾ ਦੀ ਕੈਟਾਗਰੀ ਤੋਂ ਹੀ ਆਪਾਂ ਤੈਅ ਕਰਦੇ ਹਾਂ। ਨੈਕਸਟ ਕੁਐਸਚਨ ਨੰਬਰ 19th, ਇਹ ਟੈਸਟ ਇਜ਼ ਵੈਲਿਡ। ਕਹਿੰਦੇ ਕਿ ਇੱਕ ਟੈਸਟ ਵੈਲਿਡ ਕਦੋਂ ਹੋਊਗਾ, ਇੱਕ ਟੈਸਟ ਜਿਹਨੂੰ ਆਪਾਂ ਸਹੀ ਕਦੋਂ ਮੰਨਦੇ ਆ, ਅਗਰ ਆਪਣੇ ਕੋਲ ਉਹ ਡਿਡ ਨਾਟ ਫੇਵਰ ਦਾ ਐਨੀਵਨ, ਵੀ ਇਹ ਟੈਸਟ ਇਹ ਹੋਵੇ ਕਿਸੇ ਵੀ ਇੱਕ ਇਹ ਟੀਚਰ ਨੇ ਉਹਨੇ ਕਿਸੇ ਬੱਚੇ ਦੀ ਫੇਵਰ ਨਾ ਕੀਤੀ ਹੋਵੇ, ਜਾਂ ਹੀ ਮੇਜ਼ਰ ਐਟ ਦੈਟ ਵਿਚ ਹੀ ਪ੍ਰੋਮਾਈਜ਼ ਟੂ ਮੇਜ਼ਰ। ਤਾਂ ਕਿ ਜਿਹੜਾ ਟੈਸਟ ਆ ਜਿਸ ਆਬਜੈਕਟਿਵ ਲਈ ਬਣਾਇਆ ਗਿਆ, ਜਿਸ ਨੂੰ ਮੇਜ਼ਰ ਕਰਨ ਲਈ ਬਣਾਇਆ ਗਿਆ, ਉਹਨੂੰ ਵਾਕਈ ਮੇਜ਼ਰ ਕਰਦਾ। ਐਡੀਕੁਏਟ ਰਿਜ਼ਲਟਸ ਔਨ ਟਾਈਮ, ਸਮੇਂ 'ਤੇ ਪ੍ਰੋਪਰ ਰਿਜ਼ਲਟ ਹੋਵੇ। ਨੋ ਫੇਵਰ ਇਨ ਦੀ ਕਲਚਰ ਕੋਈ ਤਾਂ ਉੱਪਰਲੀ ਆਪਸ਼ਨਸ ਦੇ ਨਾਲੋਂ ਜਿਹੜੀ ਬੈਟਰ ਆਪਸ਼ਨਸ ਇਹੀ ਹੁੰਦੀ, ਜਿਹੜੀ ਟੈਸਟ ਦੀ ਵੈਲਿਡਿਟੀ ਇਹ ਹੁੰਦੀ ਹੈ ਵੀ ਜਿਹੜਾ ਆਪਾਂ ਲੈਸਨ ਡਿਲੀਵਰ ਕੀਤਾ ਸੀ ਬੱਚੇ ਨੂੰ, ਜਿਹੜਾ ਕੁਝ ਆਪਾਂ ਨੂੰ ਬੱਚੇ ਨੂੰ ਸਿਖਾਇਆ ਸੀ, ਕੀ ਉਹ ਬੱਚਾ ਨੇ ਉਹ ਚੀਜ਼ ਸਿੱਖੀ ਹੈ, ਜਿਹੜਾ ਉਸ ਲੈਸਨ ਦਾ ਆਬਜੈਕਟਿਵ ਸੀਗਾ, ਉਦੇਸ਼ ਸੀਗਾ ਉਸ ਲੈਸਨ ਦਾ, ਕੀ ਬੱਚਾ ਉਹਨੂੰ ਪੂਰਾ ਕਰਦਾ ਆ। ਤਾਂ ਉਸ ਨੂੰ ਮਾਪਣ ਵਾਸਤੇ ਜਿਹੜਾ ਟੈਸਟ ਆ ਤੁਹਾਡਾ ਪੂਰੀ ਤੌਰ 'ਤੇ ਖਰਾ ਉਤਰਨਾ ਚਾਹੀਦਾ। ਇਹਦਾ ਮਤਲਬ ਦੀ ਆਪਸ਼ਨ ਆਏਗੀ ਬੀ, ਕਿ ਜਿਹੜਾ ਟੈਸਟ ਹੈ ਉਹ ਦਿੱਤੇ ਹੋਏ ਲੈਸਨ ਨੂੰ ਮਾਪਦਾ ਆ, ਦਿੱਤੇ ਹੋਏ ਉਦੇਸ਼ ਨੂੰ ਆਪਣੇ ਕੋਲ ਕੀ ਕਰਦਾ ਆ, ਜੋ ਟੈਸਟ ਮਾਪਦਾ ਉਹਨੂੰ ਉਹ ਦਾਅਵੇ ਨੂੰ ਪੂਰਾ ਕਰਦਾ ਕਿ ਨਹੀਂ ਕਰਦਾ। ਠੀਕ ਹੈ। ਵੀ ਜਿਸ ਕੰਮ ਵਾਸਤੇ ਟੈਸਟ ਬਣਾਇਆ ਉਹਨੂੰ ਉਹ ਮਾਪਦਾ, ਅਤੇ ਨਾਲ ਹੀ ਲੈਸਨ ਵਾਲਾ ਜਿਹੜਾ ਕਨਸੈਪਟ ਵੀ ਲੱਗ ਜਾਏਗਾ। ਕੁਐਸਚਨ ਨੰਬਰ 20 ਕੀ ਹੈ, ਵਿਚ ਇਜ਼ ਟਰੁੱਥ ਅਮੰਗ ਫੋਲੋਇੰਗ। ਤਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਆ। ਮੋਸ਼ਨ ਇਨਕਰੀਜ਼ ਆਵਰ ਐਜੂਕੇਸ਼ਨ। ਕਹਿੰਦਾ ਮੋਸ਼ਨ ਜਿਹੜੇ ਆਪਣੀ ਐਜੂਕੇਸ਼ਨ ਨੂੰ ਇਨਕਰੀਜ਼ ਕਰਦੇ ਆ। ਮੋਸ਼ਨ ਟੇਕਸ ਪਲੇਸ ਐਜੂਕੇਸ਼ਨ ਨੇਚਰ। ਤਾਂ ਕੀ ਕਰਦੇ ਆ ਕਿ ਜਿਹੜੀ ਆਪਣੇ ਭਾਵ ਨੇ ਉਹ ਸਿੱਖਿਆ ਨੂੰ ਸੁਭਾਅ ਵਿੱਚ ਲਿਆਉਂਦੇ ਆ। ਠੀਕ ਹੈ। ਮੋਸ਼ਨ ਡਿਡ ਨਾਟ ਇਫੈਕਟ ਦਾ ਐਜੂਕੇਸ਼ਨ, ਮੋਸ਼ਨ ਦਾ ਕੋਈ ਇਫੈਕਟ ਨਹੀਂ। ਤਾਂ ਇਹਦੀ ਆਪਸ਼ਨ ਆਏਗੀ ਡੀ। ਕੁਐਸਚਨ ਨੰਬਰ 20 ਦੀ ਕੀ ਹੁੰਦੀ ਹੈ ਕਿ ਇਮੋਸ਼ਨ ਇਨਕਰੀਜ਼ ਇਨ ਆਵਰ ਨੇਚਰ ਆਫ ਐਜੂਕੇਸ਼ਨ। ਤਾਂ ਆਪਣੇ ਕੋਲ ਆਪਸ਼ਨ ਏ ਵੀ ਠੀਕ ਲੱਗਦੀ ਸੀ, ਬਟ ਆਪਸ਼ਨ ਡੀ ਹੈ ਜਿਹੜੀ ਉਹ ਏ ਨੂੰ ਵੀ ਕਵਰ ਕਰਦੀ ਪਈ ਹੈ, ਇਨਕਰੀਜ਼ ਇਨ ਆਵਰ ਨੇਚਰ ਆਫ ਐਜੂਕੇਸ਼ਨ। ਨੈਕਸਟ ਕੁਐਸਚਨ ਨੰਬਰ 21 ਕੀ ਹੈ, ਗਿਲੀਗਨ ਪ੍ਰੈਜੈਂਟਡ ਦਾ ਅਲਟਰਨੇਟਿਵ ਮੋਰਲ ਡਿਵੈਲਪਮੈਂਟ ਪ੍ਰਿੰਸੀਪਲ ਆਫ ਕੋਲਬਰਗ। ਤਾਂ ਜਿਹੜਾ ਗਿਲੀਗਨ ਸਾਈਕੋਲੋਜਿਸਟ ਸੀਗਾ, ਇਹਨੇ ਕੀ ਕੀਤਾ ਸੀਗਾ, ਕਹਿੰਦਾ ਇੱਕ ਨੈਤਿਕ ਵਿਕਾਸ ਦੇ ਸਿਧਾਂਤ ਨੇ ਜਿਹੜਾ ਸੀਗਾ ਕਹਿਣ ਦਾ ਭਾਵ ਇਹ ਵੀ ਜਿਹੜਾ ਮੋਰਲ ਡਿਵੈਲਪਮੈਂਟ ਪ੍ਰਿੰਸੀਪਲ ਸੀ ਨਾ ਕੋਲਬਰਗ ਦਾ, ਉਹਦਾ ਇੱਕ ਅਲਟਰਨੇਟਿਵ ਦਿੱਤਾ ਸੀ ਗਿਲੀਗਨ ਦੇ ਨੇ। ਤਾਂ ਉਹ ਕਿਹੜਾ ਸੀਗਾ, ਉਹ ਸੀਗਾ ਆਪਸ਼ਨ ਏ ਆਪਣੇ ਕੋਲ ਆਏਗੀ, ਮੋਰੈਲਿਟੀ ਆਫ ਲੁੱਕ ਆਫਟਰ। ਤਾਂ ਇਹ ਇਸ ਕੁਐਸਚਨ ਦਾ ਆਨਸਰ ਏ ਹੈ। ਬਾਕੀ ਜਿਹੜੇ ਹੈਗੇ ਡਿਪੈਂਡੈਂਸ ਔਨ ਈਚ ਅਦਰ, ਮੋਰੈਲਿਟੀ ਆਫ ਲਵ, ਇਹ ਤਾਂ ਕੋਲਬਰਗ ਦੇ ਵਿੱਚ ਵੀ ਆ ਜਾਂਦੇ ਸੀ, ਬਟ ਜਿਹੜਾ ਮੇਨ ਪੁਆਇੰਟ ਸੀਗਾ ਜਿਹੜਾ ਮੋਰੈਲਿਟੀ ਆਫ ਲੁੱਕ ਆਫਟਰ ਸੀਗਾ। ਕੁਐਸਚਨ ਨੰਬਰ 22 ਕੀ ਹੈ ਆਪਣੇ ਕੋਲੇ, ਚਿਲਡਰਨ ਹੈਵ ਮੋਰ ਨੌਲੇਜ ਟੂ ਯੂਜ਼ ਆਫ ਮੋਬਾਈਲ ਦੈਨ ਦੇਅਰ ਪੇਰੈਂਟਸ, ਸੋ ਨਾਓ ਪੇਰੈਂਟਸ ਡਿਪੈਂਡਸ ਔਨ ਦੇਅਰ ਚਿਲਡਰਨ ਯੂਜ਼ ਆਫ ਨਿਊ ਮੋਬਾਈਲ ਵਿਚ ਇਜ਼ ਸਿਚੁਏਸ਼ਨ ਇਜ਼ ਦਿਸ। ਕਹਿੰਦਾ ਕਿ ਕਿਸੇ ਬੱਚੇ ਕੋਲ ਜਿਹੜੇ ਹੈ ਨਾ ਉਹਨਾਂ ਨੂੰ ਨੌਲੇਜ ਅੱਜ ਆਮ ਤੌਰ 'ਤੇ, ਜਿਵੇਂ ਇਹ ਕੁਐਸਚਨ ਦਾ ਮੀਨਿੰਗ ਬਣਦਾ
ਕਿ ਇੱਕ ਆਮ ਬੱਚਿਆਂ ਕੋਲੇ ਮੋਬਾਈਲ ਨੇ ਤੇ ਉਹਨੂੰ ਯੂਜ਼ ਕਰਦੇ ਆ ਉਹ, ਪਰ ਉਹਨਾਂ ਦੇ ਪੇਰੈਂਟਸ ਨਾਲੋਂ ਜ਼ਿਆਦਾ ਉਹਨਾਂ ਨੂੰ ਯੂਜ਼ ਕਰਨਾ ਆਉਂਦਾ। ਇਸ ਕਰਕੇ ਪੇਰੈਂਟਸ ਆ ਉਹ ਬੱਚਿਆਂ ਦੇ ਉੱਪਰ ਡਿਪੈਂਡ ਹੋ ਰਹੇ ਆ। ਤਾਂ ਇਹਦੇ ਅਕੋਰਡਿੰਗ ਦੱਸਣਾ ਵੀ ਕਿਹੜੀ ਸਿਚੁਏਸ਼ਨ ਹੈ, ਫਾਰਵਰਡ ਸੋਸ਼ਲਾਈਜੇਸ਼ਨ ਹੈ, ਬੈਕਵਰਡ ਸੋਸ਼ਲਾਈਜੇਸ਼ਨ ਹੈ, ਪ੍ਰਾਇਮਰੀ ਸੋਸ਼ਲਾਈਜੇਸ਼ਨ ਹੈ ਜਾਂ ਨੌਨ ਸੋਸ਼ਲਾਈਜੇਸ਼ਨ ਹੈ। ਤਾਂ ਇਹਦੇ ਵਿੱਚ ਕੀ ਆਪਣੇ ਕੋਲ ਆ ਗਿਆ ਕਿ ਜਿਹੜੇ ਪੇਰੈਂਟਸ ਉਹਨੂੰ ਆਪਣੇ ਬੱਚਿਆਂ ਉੱਪਰ ਡਿਪੈਂਡ ਹੋਣਾ ਪੈ ਰਿਹਾ, ਤਾਂ ਇਹ ਇੱਕ ਕੀ ਹੈ ਬੈਕਵਰਡ ਸੋਸ਼ਲਾਈਜੇਸ਼ਨ ਆਏਗੀ, ਕਿਉਂਕਿ ਇਹਦੇ ਵਿੱਚ ਉਹਨਾਂ ਦੇ ਬੱਚੇ ਜਿਹੜੇ ਪੇਰੈਂਟਸ ਆ ਉਹ ਉਹਨਾਂ ਨੂੰ ਪ੍ਰੋਪਰ ਮਤਲਬ ਮੋਬਾਈਲ ਨੂੰ ਯੂਜ਼ ਨਹੀਂ ਕਰਨਾ ਹੁੰਦਾ, ਕਹਿ ਲਓ ਕਿ ਉਹਨਾਂ ਦੀ ਪ੍ਰੋਪਰ ਸਮੇਂ ਦੇ ਨਾਲ ਉਹ ਅੱਗੇ ਨਹੀਂ ਵਧੇਗੇ, ਉਹਨਾਂ ਦੀ ਸੋਸ਼ਲਾਈਜੇਸ਼ਨ ਜਿਹੜੀ ਹੈ ਸਮੇਂ ਦੇ ਨਾਲ ਨਹੀਂ ਹੋਈ, ਤਾਂ ਉਹ ਇੱਕ ਬੈਕਵਰਡ ਸੋਸ਼ਲਾਈਜੇਸ਼ਨ ਦੀ ਡੈਫੀਨੇਸ਼ਨ। ਸਿਚੁਏਸ਼ਨ ਦੀ ਗੱਲ ਕੀਤੀ ਪਾਰਟੀਕੁਲਰ, ਜੇ ਆਪਾਂ ਇਸ ਤੋਂ ਇਹਨੂੰ ਕੁਐਸਚਨ ਉਲਟ ਪੁੱਛਦੇ ਹਾਂ ਵੀ ਬੱਚਿਆਂ ਨੂੰ ਮੇਰੇ ਪੇਰੈਂਟਸ ਨਾਲੋਂ ਜ਼ਿਆਦਾ ਆਉਂਦਾ ਹੈ ਨਾ, ਤਾਂ ਉਦੋਂ ਇਹਦਾ ਮੀਨਿੰਗ ਹੋਰ ਬਣ ਜਾਂਦਾ। ਕੁਐਸਚਨ ਨੰਬਰ ਆਪਣੇ ਕੋਲ ਕੀ 23 ਹੈ, ਰੋਹਿਤ ਹੈਜ਼ ਫੇਲਡ ਇਨ ਐਗਜ਼ਾਮੀਨੇਸ਼ਨ ਐਂਡ ਹੀ ਇਜ਼ ਮੇਕਿੰਗ ਦਾ ਐਕਸਕਿਊਜ਼ ਇਟ ਇਜ਼ ਐਗਜ਼ਾਮਪਲ ਆਫ। ਕਹਿੰਦਾ ਕਿ ਰੋਹਿਤ ਆ ਉਹ ਇੱਕ ਪੇਪਰਾਂ ਦੇ ਵਿੱਚ ਐਗਜ਼ਾਮੀਨੇਸ਼ਨ ਦੇ ਵਿੱਚ ਕਹਿ ਲਓ ਕਿ ਫੇਲ ਹੋ ਗਿਆ, ਉਹਨੇ ਕੀ ਕੀਤਾ ਐਗਜ਼ਾਮਪਲ, ਉਹ ਆਪਦੇ ਕੀ ਐਗਜ਼ਾਮਪਲ ਦਿੰਦਾ, ਉਹ ਫੇਲ ਹੋਣ ਦਾ ਕਾਰਨ ਦੱਸਦਾ, ਉਹਨੂੰ ਆਪਾਂ ਰੈਸ਼ਨਲਾਈਜ਼ ਕਰਦਾ ਪਿਆ। ਤਾਂ ਕੀ ਕਹਿੰਦਾ ਸੈਲਫ ਐਕਚੁਅਲਾਈਜੇਸ਼ਨ ਬੋਲਾਂਗੇ, ਨੇਚਰ ਟੂ ਇਨਕਰੀਜ਼ ਦਾ ਹਿਮਸੈਲਫ, ਸੈਲਫ ਐਫੀਸ਼ੀਐਂਸੀ, ਸੈਲਫ ਕੰਟਰੋਲ। ਵੀ ਜਿਹੜੇ ਐਕਸਕਿਊਜ਼ ਬਣਾਉਂਦਾ ਨਾ ਵੀ ਫੇਲ ਕਿਵੇਂ ਹੋਇਆ, ਬਹਾਨੇ ਜਿਹੜੇ ਬਣਾ ਰਿਹਾ, ਉਹਨੂੰ ਆਪਾਂ ਕੀ ਬੋਲਾਂਗੇ, ਉਹ ਉਹਦੇ ਵਿੱਚ ਕੀ ਆਉਣਗੇ, ਸੈਲਫ ਐਕਚੁਅਲਾਈਜੇਸ਼ਨ ਨਹੀਂ ਆਊਗਾ, ਉਹ ਤਾਂ ਸਵੈ ਧਾਰਨਾ ਹੋਊਗੀ ਨਾ ਉਹਦੀ, ਬਟ ਉਹ ਕਿਸੇ ਨੂੰ ਦੱਸਦਾ ਪਿਆ ਉਹ ਨੇਚਰ ਟੂ ਇਨਕਰੀਜ਼ ਹਿਮਸੈਲਫ, ਜਿਹੜੀ ਸਵੈ ਧਾਰਨਾ ਬਣਾਉਂਦਾ ਉਹ ਕੀ ਬਣਾਉਂਦਾ ਪਿਆ, ਨੇਚਰ ਟੂ ਇਨਕਰੀਜ਼ ਦਾ ਹਿਮਸੈਲਫ, ਉਹ ਆਪਣੇ ਆਪ ਨੂੰ ਅੱਗੇ ਵਧਾਉਣ ਵਾਸਤੇ ਜਾਂ ਉੱਚਾ ਚੁੱਕਣ ਦਾ ਕੋਸ਼ਿਸ਼ ਕਰਦਾ, ਉਹਦਾ ਜਿਹੜਾ ਨੇਚਰ ਆ ਉਹਦਾ ਸੁਭਾਅ ਆ। ਠੀਕ ਹੈ। ਕੁਐਸਚਨ ਨੰਬਰ 28 ਦਾ ਕੀ ਸਟੂਡੈਂਟਸ ਆਫ 8th ਕਲਾਸ ਆਰਗੇਨਾਈਜ਼ ਯੂਨਾਈਟਿਡ ਨੇਸ਼ਨਲ ਅਸੈਂਬਲੀ ਪ੍ਰੋਗਰਾਮ, ਇਟ ਇਜ਼ ਐਨ ਐਗਜ਼ਾਮਪਲ। 8th ਕਲਾਸ ਦੇ ਇੱਕ ਕੀ ਕੀਤਾ, ਇੱਕ UN ਦਾ ਜਿਹੜਾ ਬਣਾਇਆ ਸੀ ਅਸੈਂਬਲੀ ਪ੍ਰੋਗਰਾਮ ਬਣਾਇਆ। ਠੀਕ ਹੈ। ਇੱਕ ਆਦੀ ਉਦਾਹਰਨ ਆ, ਉਹ ਮਤਲਬ ਉਹ ਜਿਹੜਾ ਨਾਟਕੀ ਤਰੀਕੇ ਦੇ ਨਾਲ ਬਣਾ ਕੇ ਜਿਹੜਾ ਉਹ ਸਾਰਾ ਕੁਝ ਦੇਖਣਗੇ, ਤਾਂ ਇਹ ਆਪਣੇ ਕੋਲ ਆ ਜਾਏਗਾ ਇੱਕੋ ਸੰਗਿਆਨ ਕੀਤਾ ਉਹਨਾਂ ਨੇ ਆਪਦੇ ਕੋਲੋਂ, ਈਸਟੈਬਲਿਸ਼ ਦਾ ਕੋਗਨੀਸ਼ਨ। ਬੀ ਆਪਸ਼ਨ ਇਹਦੀ ਆਏਗੀ। ਸਕੈਪ ਫੋਲਡਿੰਗ ਹੁੰਦੀ ਹੈ ਇੱਕ ਟੈਂਪਰੇਰੀ ਹੈਲਪ ਦੇਣੀ, ਟ੍ਰੇਨਿੰਗ ਫਰੋਮ ਦਾ ਕਲਾਸਰੂਮ ਹੋਰ ਚੀਜ਼ ਆ ਗਈ, ਲਰਨਿੰਗ ਟੋਲਡ ਬਾਈ ਟੀਚਰ, ਬਟ ਨਹੀਂ, ਉਹ ਖੁਦ ਸਿੱਖਦੇ ਰਹੇ ਪਏ ਆ, ਖੁਦ ਸੰਗਿਆਨ ਕਰਦੇ ਪਏ ਆ ਸਿੱਖਿਆ ਦਾ, ਅਤੇ ਉਹ ਇੱਕ ਟੈਂਪਰੇਰੀ ਇੱਕ ਜਿਹੜਾ UN ਬਣਾ ਕੇ ਉਹਨੂੰ ਨਾਟਕੀ ਰੂਪਾਂਤਰ ਦੇ ਵਿੱਚ ਜਿਹੜਾ ਉਹ ਸਿੱਖਦੇ ਆ। ਤਾਂ ਬੀ ਆਪਸ਼ਨ ਆਏਗੀ 24 ਦੀ, ਈਸਟੈਬਲਿਸ਼ ਦਾ ਕੋਗਨੀਸ਼ਨ। ਨੈਕਸਟ ਕੁਐਸਚਨ ਆਪਣੇ ਕੋਲ ਕੀ ਹੈਗਾ 25, ਡਿਵੈਲਪਮੈਂਟ ਹੈਜ਼ 4 ਪ੍ਰਿੰਸੀਪਲ ਵਿਚ ਆਰ ਫਿਕਸਡ ਐਂਡ ਟਰੂ ਐਟ ਐਨੀ ਸਟੇਜ ਆਫ ਡਿਵੈਲਪਮੈਂਟ ਵਿਚ ਇਜ਼ ਨਾਟ ਅਮੰਗ ਦਾ ਫੋਲੋਇੰਗ। ਤਾਂ ਜਿਹੜੇ ਡਿਵੈਲਪਮੈਂਟ ਦੇ 4 ਪ੍ਰਿੰਸੀਪਲ ਦਿੱਤੇ ਆ, ਉਹਨਾਂ ਦੇ ਅਕੋਰਡਿੰਗ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਸਹੀ ਨਹੀਂ ਹੈ। ਪਹਿਲਾ ਨੰਬਰ ਤਾਂ ਹੈਪਨਿੰਗ ਆਫ ਐਸਟੀਮੇਸ਼ਨ ਇਜ਼ ਸਟੋਨ ਵੇ ਇਨ ਦੀ ਡਿਵੈਲਪਮੈਂਟ। ਕਹਿੰਦਾ ਕਿ ਜਿਹੜੀ ਆਪਾਂ ਕੀ ਕਰਦੇ ਹਾਂ, ਜਿਹੜਾ ਵਿਕਾਸ ਹੁੰਦਾ ਆ ਉਹ ਕਿਸ ਤਰੀਕੇ ਨਾਲ ਹੋਣਾ ਆ, ਆਪਾਂ ਉਹਦਾ ਜਿਹੜਾ ਆ ਅਨੁਮਾਨ ਲਗਾ ਸਕਦੇ ਹਾਂ। ਤਾਂ ਇਹ ਵੀ ਬਿਲਕੁਲ ਗਲਤ ਹੈ, ਆਪਾਂ ਆਈਡੀਆ ਨਹੀਂ, ਐਸਟੀਮੇਸ਼ਨ ਨਹੀਂ ਹੁੰਦੀ ਆਪਾਂ। ਡਿਫਰੈਂਟ ਸਟੇਜ ਆਫ ਡਿਵੈਲਪਮੈਂਟ ਆਫ ਨਹੀਂ, ਇਹਦੇ ਵਿੱਚ ਬੀ ਆਪਸ਼ਨ ਇਹ ਆਹ ਪੁੱਛਿਆ ਸੀਗਾ ਵਿਚ ਇਜ਼ ਨੋਟ ਅਮੰਗ। ਠੀਕ ਹੈ, ਨੋਟ ਪੁੱਛਿਆ ਹੋਇਆ ਉਹਨਾਂ ਨੇ। ਤਾਂ ਜਿਹੜੀ ਪਹਿਲੀ ਆਪਸ਼ਨ ਆਪਣੇ ਕੋਲ ਆ ਜਾਂਦੀ ਇਹਦੇ ਵਿੱਚ 25 ਦੇ ਵਿੱਚ, ਉਹਦਾ ਕੀ ਮੀਨਿੰਗ ਹੈ ਕਿ ਹੈਪਨਿੰਗ ਆਫ ਐਸਟੀਮੇਸ਼ਨ ਇਜ਼ ਏ ਸਟੋਨ ਵੇ ਇਨ ਦੀ ਡਿਵੈਲਪਮੈਂਟ। ਤਾਂ ਡਿਵੈਲਪਮੈਂਟ ਦੀ ਜਿਹੜੀ ਆਪਾਂ ਐਸਟੀਮੇਸ਼ਨ ਆ ਉਹ ਕਿਸੇ ਹੱਦ ਤੱਕ ਕਹਿ ਲਓ ਕਿ ਆਪਾਂ ਉਹਨੂੰ ਆਈਡੀਆ ਲਗਾਉਣੇ ਆ ਕਿ ਜਿਹੜੀ ਡਿਵੈਲਪਮੈਂਟ ਨੂੰ ਆਪਾਂ ਆਪਦੇ ਅਕੋਰਡਿੰਗ ਕਿਵੇਂ ਕਰ ਸਕਦੇ ਹਾਂ, ਹੈ ਨਾ, ਕਿ ਆਪਾਂ ਇਸ ਤਰੀਕੇ ਦਾ ਇਨਵਾਇਰਮੈਂਟ ਕ੍ਰੀਏਟ ਕੀਤਾ ਜਾਵੇ, ਇਸ ਤਰੀਕੇ ਦੇ ਨਾਲ ਬੱਚੇ ਨੂੰ ਮਾਹੌਲ ਵਿੱਚ ਰੱਖਿਆ ਜਾਵੇ, ਤਾਂ ਉਹਨੂੰ ਆਪਾਂ ਐਸਟੀਮੇਟ ਕਰ ਲੈਣੇ ਵੀ ਡਿਵੈਲਪਮੈਂਟ ਇਸ ਤਰ੍ਹਾਂ ਦੀ ਹੋਊਗੀ। ਬੀ ਆਪਸ਼ਨ ਕੀ ਡਿਫਰੈਂਟ ਸਟੇਜ ਆਫ ਡਿਵੈਲਪਮੈਂਟ ਆਫ ਚਿਲਡਰਨ। ਤਾਂ ਆਪਾਂ ਨੂੰ ਵੀ ਪਤਾ ਕਿ ਡਿਵੈਲਪਮੈਂਟ ਦੀ ਜਿਹੜੇ ਬੱਚੇ ਦੀ ਡਿਫਰੈਂਟ ਸਟੇਜਸ ਹੁੰਦੀਆਂ। ਸੀ ਆਪਸ਼ਨ ਕੀ ਗਰੋਥ ਐਂਡ ਡਿਵੈਲਪਮੈਂਟ ਆਰ ਇਕੁਅਲ ਇਨ ਐਵਰੀ ਸਿਚੁਏਸ਼ਨ। ਗਰੋਥ ਅਤੇ ਡਿਵੈਲਪਮੈਂਟ ਕਹਿੰਦਾ ਕਿ ਹਰੇਕ ਸਿਚੁਏਸ਼ਨ 'ਤੇ ਬਰਾਬਰ ਹੁੰਦੀ ਹੈ। ਨਹੀਂ, ਗਰੋਥ ਜਿਹੜੀ ਉਹ ਪਹਿਲੀ ਏਜ ਦੇ ਵਿੱਚ ਜ਼ਿਆਦਾ ਹੁੰਦੀ ਹੈ, ਮਗਰੋਂ ਘਟ ਜਾਂਦੀ ਹੈ। ਫਿਰ ਡਿਵੈਲਪਮੈਂਟ ਜਿਹੜੀ ਹੈ ਥਰੂ ਆਊਟ ਦਾ ਈਅਰ ਚੱਲਦੀ ਰਹਿੰਦੀ ਹੈ। 25th ਕੁਐਸਚਨ ਦੀ ਸੀ ਆਪਸ਼ਨਸ ਆਏਗੀ। ਹੈਰੀਡਿਟੀ ਐਂਡ ਨੇਚਰ ਬੋਥ ਅਫੈਕਟ ਦਾ ਡਿਵੈਲਪਮੈਂਟ। ਹਾਂ, ਇਹ ਵੀ ਸਹੀ ਹੈ ਕਿ ਹੈਰੀਡਿਟੀ 'ਤੇ ਜਿਹੜਾ ਨੇਚਰ ਹੈ, ਸੁਭਾਅ ਆ, ਇਹ ਅਫੈਕਟ ਕਰਦਾ ਹੈ ਡਿਵੈਲਪਮੈਂਟ। ਤੋਂ ਸੀ ਆਪਸ਼ਨ ਹੈ ਕਿ ਗਰੋਥ ਐਂਡ ਡਿਵੈਲਪਮੈਂਟ ਆਰ ਇਕੁਅਲ ਇਨ ਐਵਰੀ ਸਿਚੁਏਸ਼ਨ। ਬਿਲਕੁਲ ਗਲਤ ਆ। ਗਰੋਥ ਡਿਵੈਲਪਮੈਂਟ ਸਿਚੁਏਸ਼ਨ 'ਤੇ ਡਿਪੈਂਡ ਵੀ ਕਰਦੀ ਹੈ, ਜਾਂ ਇਹ ਕਹਿ ਲਈਏ ਕਿ ਸਟੇਜ 'ਤੇ ਵੀ ਜਿਹੜਾ ਉਹ ਅਲੱਗ-ਅਲੱਗ ਹੁੰਦਾ ਹੈ। ਮੈਂ ਸਟੇਜ ਦੇ ਅਕੋਰਡਿੰਗ ਆਨਸਰ ਸੀ ਦਿੱਤਾ ਸੀ, ਬਟ ਇਹਨੇ ਸਿਚੁਏਸ਼ਨ ਦੇ ਅਕੋਰਡਿੰਗ ਪੁੱਛਿਆ। ਸਿਚੁਏਸ਼ਨ ਦਾ ਮਤਲਬ ਇਹ ਹੋ ਗਿਆ ਵੀ ਕਿਸ ਇਨਵਾਇਰਮੈਂਟ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਆ ਗਰੋ ਹੁੰਦੇ, ਤਾਂ ਇਹ ਅਲੱਗ-ਅਲੱਗ ਹੁੰਦੀ, ਇਕੁਅਲ ਵਰਡ ਨਹੀਂ ਆਊਗਾ। ਨੈਕਸਟ ਕੁਐਸਚਨ ਨੰਬਰ 26,
ਨੰਬਰ 26 ਆਪਣੇ ਕੋਲੇ ਕੀ ਆ ਗਿਆ ਕਿ ਕੀ ਆਪਸ਼ਨ ਕੀ ਇਹ ਸੋਸ਼ਲ ਏਜੰਟ ਹੂਜ਼ ਟੇਕਿੰਗ ਦਾ ਰੋਲ ਆਫ ਫੈਮਿਲੀ। ਇੱਕ ਸੋਸ਼ਲ ਏਜੰਟ ਇੱਕ ਜਿਹੜਾ ਸਮਾਜ ਦੇ ਵਿੱਚ ਰਹਿਣ ਵਾਲਾ ਜਿਹੜਾ ਇੱਕ ਫੈਮਿਲੀ ਦਾ ਰੋਲ ਕਰਦਾ ਹੈ, ਟੀਚਰ, ਨੇਬਰ, ਪੀਅਰ ਗਰੁੱਪ ਜਾਂ ਸੁਸਾਇਟੀ। ਤਾਂ ਜ਼ਿਆਦਾਤਰ ਆਪ ਲੱਗਦਾ ਹੋਊਗਾ ਕਿ ਟੀਚਰ ਹੈ, ਬਟ ਨਹੀਂ, ਆਪਾਂ ਇੱਕ ਬੱਚੇ ਦੇ, ਇੱਕ ਲਰਨਰ ਦੇ ਪੁਆਇੰਟ ਆਫ ਵਿਊ ਦੱਸਾਂਗੇ ਉਹ ਸਭ ਤੋਂ ਜ਼ਿਆਦਾ ਉਹਦੀ ਫੈਮਿਲੀ ਦੇ ਮੈਂਬਰ ਵਰਗਾ ਕੌਣ ਹੁੰਦਾ ਹੈ, ਉਹਦੇ ਜਿਹੜੇ ਹਮ ਉਮਰ ਹੁੰਦੇ ਆ। ਇਹ ਆਪਸ਼ਨ ਆਏਗੀ ਤੁਹਾਡੀ ਬੀ। ਕੁਐਸਚਨ ਨੰਬਰ 26 ਆਪਣੇ ਕੋਲ ਕੀ ਹੈ, ਐਜ਼ ਏ ਸੋਸ਼ਲ ਏਜੰਟ ਹੂਜ਼ ਟੇਕਿੰਗ ਦਾ ਰੋਲ ਆਫ ਫੈਮਿਲੀ। ਕਹਿੰਦਾ ਕਿ ਇੱਕ ਆਪਣੇ ਕੋਲੇ ਸੋਸ਼ਲ ਜਾਂ ਸਮਾਜਿਕ ਏਜੰਟ ਵਜੋਂ ਪਰਿਵਾਰ ਦੀ ਜਿਹੜੀ ਭੂਮਿਕਾ ਉਹ ਕੌਣ ਨਿਭਾਉਂਦਾ ਹੈ, ਇੱਕ ਟੀਚਰ, ਇੱਕ ਨੇਬਰ, ਪੀਅਰ ਗਰੁੱਪ ਜਾਂ ਸੁਸਾਇਟੀ। ਤਾਂ ਆਪਣੇ ਕੋਲੇ ਇਸ ਜਿਹੜਾ ਕੁਐਸਚਨ ਦਾ ਆਨਸਰ ਤੁਸੀਂ ਇੱਕ ਕੀ ਕਰਨਾ ਹੈ, ਦੂਜਾ ਆਪਣੇ ਆਪ 'ਤੇ ਲੈ ਕੇ ਦੇਖੋ ਵੀ ਤੁਹਾਡੇ 'ਚ ਫੈਮਿਲੀ ਮੈਂਬਰ ਵਰਗਾ ਕੌਣ ਹੁੰਦਾ, ਟੀਚਰ ਹੁੰਦਾ ਤੁਹਾਡਾ, ਨੇਬਰ ਹੁੰਦਾ ਜਾਂ ਪੀਅਰ ਗਰੁੱਪ ਹੁੰਦਾ ਜਿਹੜੇ ਤੁਹਾਡੇ ਹਮ ਉਮਰ ਹੋਣ, ਜਿਹੜੇ ਤੁਹਾਡੇ ਸਾਥੀ ਹੁੰਦੇ ਆ। ਤਾਂ ਇਸ ਕੁਐਸਚਨ ਦਾ ਆਨਸਰ ਕੀ ਆਏਗਾ, ਬੀ ਆਪਸ਼ਨ ਹੈ, ਪੀਅਰ ਗਰੁੱਪਸ ਜਿਹੜੇ ਹੁੰਦੇ ਆ ਤੁਹਾਡੇ ਹਮ ਉਮਰ ਹੁੰਦੇ ਆ। ਨੈਕਸਟ ਕੁਐਸਚਨ ਕੀ ਹੈ, ਕੁਐਸਚਨ ਨੰਬਰ 27 ਫਾਰ ਦਾ ਪ੍ਰੈਪਰੇਸ਼ਨ ਆਫ ਐਨੀ ਟੈਸਟ ਦਾ ਫਸਟ ਸਟੈਪ ਇਸ ਕਹਿੰਦਾ ਕੋਈ ਵੀ ਜੇ ਤੁਸੀਂ ਟੈਸਟ ਪ੍ਰੈਪੇਅਰ ਕਰਨਾ ਹੈ ਤਾਂ ਪਹਿਲਾ ਸਟੈਪ ਤੁਹਾਡਾ ਕੀ ਹੋਣਾ ਚਾਹੀਦਾ ਕਿ ਲੈਂਥ ਆਫ ਟੈਸਟ ਬਾਰੇ ਤੁਸੀਂ ਕੀ ਡਿਸੀਜਨ ਲੈਣਾ, ਜਾਂ ਏਮ ਆਫ ਐਜੂਕੇਸ਼ਨ ਦੀ ਆਈਡੈਂਟੀਫਿਕੇਸ਼ਨ ਵਾਸਤੇ, ਜਾਂ ਟੈਸਟ ਮਟੀਰੀਅਲ ਕਿੱਥੋਂ ਲੈਣਾ ਹੈ, ਜਾਂ ਡਿਸੀਜਨ ਆਉਂਦਾ ਟੋਟਲ ਮਾਰਕਸ ਆਫ ਟੈਸਟ ਵੀ ਟੋਟਲ ਕਿੰਨੇ ਨੰਬਰ ਦਾ ਤੁਸੀਂ ਟੈਸਟ ਪਾਉਣਾ ਹੈ। ਤਾਂ ਸਭ ਤੋਂ ਵੱਡੀ ਗੱਲ, ਜਿਵੇਂ ਪਹਿਲਾਂ ਵੀ ਆਪਾਂ ਪਿੱਛੇ ਕੁਐਸਚਨ ਆਇਆ ਸੀ ਕਿ ਵੈਲਿਡਿਟੀ ਆਫ ਟੈਸਟ ਕਿੱਥੋਂ ਪਤਾ ਲੱਗਦਾ, ਉਹਦੇ ਏਮ ਤੋਂ ਵੀ ਜੇ ਕਿਸ ਪਰਪਸ ਵਾਸਤੇ ਬਣਿਆ। ਤਾਂ ਇਹ ਇੱਥੇ ਕੀ ਆਏਗਾ, ਬੀ ਆਪਸ਼ਨ, ਕਿ ਆਪਣੇ ਟੈਸਟ ਦਾ ਜਿਹੜਾ ਏਮ ਆ ਉਹ ਕੀ ਹੋਣਾ ਚਾਹੀਦਾ, ਪਹਿਲਾਂ ਆਪਾਂ ਉਹ ਆਇਡੈਂਟੀਫਾਈ ਕਰਾਂਗੇ। ਠੀਕ ਹੈ। ਕੁਐਸਚਨ ਨੰਬਰ 27 ਤੋਂ ਬਾਅਦ 28 ਕੀ ਆ, ਵਾਟ ਇਜ਼ ਕਾਲਡ ਨੌਲੇਜ ਫਰੋਮ ਜਨਰਲ ਨੌਲੇਜ ਆਫ ਦਾ ਚਿਲਡਰਨ। ਕਹਿੰਦਾ ਕਿ ਆਪਾਂ ਕੀ ਕਹਾਂ, ਵਾਟ ਇਜ਼ ਕਾਲਡ ਇਜ਼ ਓਨ ਨੌਲੇਜ ਫਰੋਮ ਜਨਰਲ ਨੌਲੇਜ ਆਫ ਦਾ ਚਿਲਡਰਨ। ਤਾਂ ਇਹਦੇ ਵਿੱਚ ਕੀ ਦਿੱਤਾ ਹੋਇਆ ਆਪਾਂ ਨੂੰ ਕਿ ਬੱਚੇ ਦਾ ਜਿਹੜਾ ਜਨਰਲ ਨੌਲੇਜ ਜਿਹਨੂੰ ਸਾਂਝੇ ਗਿਆਨ ਦੀ ਗੱਲ ਕਰਦਾ ਅਤੇ ਉਸਦੇ ਆਪਣੇ ਗਿਆਨ ਦੇ ਵਿੱਚ ਕੀ ਅੰਤਰ ਹੁੰਦਾ। ਤਾਂ ਇਹ ਕੀ ਹੁੰਦਾ, ਏਰੀਆ ਆਫ ਐਸਟੀਮੇਸ਼ਨ ਆਫ ਡਿਵੈਲਪਮੈਂਟ ਹੁੰਦਾ, ਜਾਂ ਸੈਂਸਰੀ ਮੋਟਰ ਨੇਚਰ ਹੁੰਦਾ, ਜਾਂ ਫਰੀ ਮੋਟੈਲਿਟੀ ਹੁੰਦੀ, ਜਾਂ ਪਰਸਨਲ ਲੈਂਗੁਏਜ। ਤਾਂ ਇਹ ਉਹਦੀ ਪਰਸਨਲ ਲੈਂਗੁਏਜ ਦੇ ਵਿੱਚ ਆਏਗਾ ਇਸ ਕੁਐਸਚਨ ਦਾ ਆਨਸਰ। 28 ਦਾ ਕੀ ਆਏਗਾ, ਆਪਸ਼ਨ ਡੀ। ਕੁਐਸਚਨ ਨੰਬਰ 29 ਆਪਣੇ ਕੋਲੇ ਕੀ ਹੈ, ਵਿਚ ਸਟੇਟਮੈਂਟ ਇਜ਼ ਦਾ ਰਾਈਟ ਅਮੰਗ ਦਾ ਫੋਲੋਇੰਗ। ਕਹਿੰਦਾ ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਸਹੀ ਹੈ। ਪਹਿਲੀ ਸਟੇਟਮੈਂਟ ਕਿ ਸੋਸ਼ਲਾਈਜੇਸ਼ਨ ਡਿਡ ਨੋਟ ਅਫੈਕਟ ਦਾ ਇੰਡੀਵਿਜੂਅਲ ਡਿਵੈਲਪਮੈਂਟ। ਕਹਿੰਦਾ ਕਿ ਜਿਹੜੀ ਸੋਸ਼ਲਾਈਜੇਸ਼ਨ ਆ ਉਹ ਡਿਪੈਂਡ ਇੰਡੀਵਿਜੂਅਲ ਦਾ ਵਿਕਾਸ ਜਾਂ ਇੰਡੀਵਿਜੂਅਲ ਦੀ ਡਿਵੈਲਪਮੈਂਟ ਦੇ ਡਿਪੈਂਡ ਨੂੰ ਇਫੈਕਟ ਨਹੀਂ ਕਰਦੀ। ਇਹ ਬਿਲਕੁਲ ਗਲਤ ਆ, ਉਹਨੂੰ ਇਫੈਕਟ ਕਰਦੀ ਹੈ। ਨੈਕਸਟ ਕੀ ਹੈ, ਦੇਅਰ ਇਜ਼ ਸਿਮਿਲਰਿਟੀਜ਼ ਇਨ ਸਿਵਲਾਈਜੇਸ਼ਨ ਇਨ ਸਪਾਈਟ ਆਫ ਦੀਜ਼ ਦੇਅਰ ਇਜ਼ ਲੋਟ ਆਫ ਡਿਸਕ੍ਰਿਮੀਨੇਸ਼ਨ ਇਨ ਦੀ ਸੁਸਾਇਟੀ। ਕਹਿੰਦਾ ਕਿ ਆਪਣੇ ਕੋਲੇ ਬਹੁਤ ਜਿਹੜੀ ਅਲੱਗ-ਅਲੱਗ ਤਰ੍ਹਾਂ ਦੀ ਸਿਵਲਾਈਜੇਸ਼ਨ ਉਹਨਾਂ ਵਿੱਚ ਸਿਮਿਲਰਿਟੀਜ਼ ਆ, ਪਰ ਫਿਰ ਵੀ ਕਹਿੰਦਾ ਸੁਸਾਇਟੀ ਦੇ ਵਿੱਚ ਡਿਸਕ੍ਰਿਮੀਨੇਸ਼ਨਸ ਨੇ। ਤਾਂ ਇਹ ਵੀ ਗਲਤ ਆ ਸਟੇਟਮੈਂਟ, ਕਿਉਂਕਿ ਜੇਕਰ ਸਿਵਲਾਈਜੇਸ਼ਨ ਦੇ ਵਿੱਚ ਸਿਮਿਲੈਰਿਟੀ ਹੋਊਗੀ ਤਾਂ ਉਹਨਾਂ ਦੀ ਸੁਸਾਇਟੀ ਦੇ ਵਿੱਚ ਡਿਸਕ੍ਰਿਮੀਨੇਸ਼ਨ ਨਹੀਂ ਹੋ ਸਕਦੀ, ਸੁਸਾਇਟੀ ਤੋਂ ਸਿਵਲਾਈਜੇਸ਼ਨ ਹੁੰਦੀ ਹੈ। ਨੈਕਸਟ ਕੁਐਸਚਨ ਜਿਹੜਾ ਸੀ ਆਪਸ਼ਨ ਹੈ, ਐਜ਼ ਏ ਰਿਜ਼ਲਟ ਆਫ ਸਕਸੈਸਫੁਲ ਸੁਸਾਇਟੀ ਦੇਅਰ ਇਜ਼ ਸਿਮਿਲੈਰਿਟੀ ਇਨ ਦੀ ਸੁਸਾਇਟੀ ਇਜ਼ ਰਿਜ਼ਲਟ ਆਫ ਗੁੱਡ ਸੋਸ਼ਲਾਈਜੇਸ਼ਨ। ਕਹਿੰਦਾ ਕਿ ਜਿਹੜੀ ਸਕਸੈਸਫੁਲ ਸੁਸਾਇਟੀ ਹੁੰਦੀ ਹੈ ਉੱਥੇ ਕਹਿੰਦੇ ਸੁਸਾਇਟੀ ਦੇ ਵਿੱਚ ਸਿਮਿਲੈਰਿਟੀਜ਼ ਹੁੰਦੀਆਂ, ਇਹ ਕਿਹਦਾ ਰਿਜ਼ਲਟ ਹੁੰਦਾ, ਗੁੱਡ ਸੋਸ਼ਲਾਈਜੇਸ਼ਨ। ਤਾਂ ਇਹ ਆਪਸ਼ਨ ਬਿਲਕੁਲ ਸਹੀ ਹੈ, ਜੇ ਸੋਸ਼ਲਾਈਜੇਸ਼ਨ ਗੁੱਡ ਹੋਊਗੀ ਤਾਂ ਹੀ ਉੱਥੇ ਜਿਹੜੀ ਹੈ ਸਮਰੂਪਤਾ ਹੋਊਗੀ ਵੱਖ-ਵੱਖ ਸੁਸਾਇਟੀਆਂ ਦੇ ਵਿੱਚ। ਤਾਂ ਸੀ ਆਪਸ਼ਨ ਇਜ਼ ਦਾ ਰਾਈਟ ਆਪਸ਼ਨ। ਨੈਕਸਟ ਕੁਐਸਚਨ ਕੀ ਹੈ ਆਪਣੇ ਕੋਲ 30th ਵਿਚ ਇਜ਼ ਅਮੰਗ ਦਾ ਫੋਲੋਇੰਗ ਇਜ਼ ਕਾਲਡ ਰਾਈਟ ਫਾਰ ਦਾ ਇੰਟਰਨਲ ਮੋਟੀਵੇਸ਼ਨ। ਇੰਟਰਨਲ ਮੋਟੀਵੇਸ਼ਨ ਵਾਸਤੇ ਕਿਹੜੀ ਗੱਲ ਸਹੀ ਹੈ, ਇਟ ਡਿਕਰੀਜ਼ ਦਾ ਰਿਵਾਰਡਸ। ਤਾਂ ਇਹ ਬਿਲਕੁਲ ਗਲਤ ਹੈ, ਇਹ ਰਿਵਾਰਡ ਜਿਹੜਾ ਹੈ ਉਹ ਇੰਟਰਨਲ ਮੋਟੀਵੇਸ਼ਨ ਨੂੰ ਇਨਕਰੀਜ਼ ਕਰਦਾ। ਠੀਕ ਹੈ। ਕਹਿੰਦਾ ਕਿ ਇਟ ਇਨਕਰੀਜ਼ ਦਾ ਵੈਨ ਰਿਵਾਰਡ ਇਜ਼ ਗਿਵਨ। ਕਹਿੰਦਾ ਇਹ ਵੱਧ ਜਾਂਦੀ ਜਦੋਂ ਆਪਾਂ ਰਿਵਾਰਡ ਨੂੰ ਦਿੰਦੇ ਹਾਂ। ਦੇਅਰ ਇਜ਼ ਨੋ ਪਲੇਸ ਆਫ ਦਾ ਰਿਵਾਰਡਸ। ਕਹਿੰਦਾ ਰਿਵਾਰਡ ਦੀ ਇੱਥੇ ਕੋਈ ਪਲੇਸ ਨਹੀਂ। ਵੈਸੇ ਬੀ ਆਪਸ਼ਨ ਲੱਗ ਰਹੀ ਹੈ ਪਰ ਆਪਾਂ ਇੱਕ ਵਾਰੀ ਡੀ ਆਪਸ਼ਨ ਨੂੰ ਵੀ ਰੀਡ ਕਰਦੇ ਹਾਂ। ਦੇਅਰ ਇਜ਼ ਏ ਪਲੇਸ ਆਫ ਰਿਵਾਰਡਸ, ਕੀ ਆਪਣੇ ਕੋਲ ਦਿੱਤਾ ਹੈ, ਦੇਅਰ ਇਜ਼ ਏ ਪਲੇਸ ਆਫ ਰਿਵਾਰਡਸ ਬਟ ਇਟ ਡਿਪੈਂਡਸ ਔਨ ਦਾ ਸੈਲਫ ਰਿਸਪੈਕਟ ਐਂਡ ਹਾਊ ਯੂਰ ਮੋਟੀਵੇਸ਼ਨ ਚੇਂਜ। ਤਾਂ ਫਿਰ ਇਹ ਜਿਹੜੀ ਡੀ ਆਪਸ਼ਨ ਨੇ ਸਾਰੇ ਨੂੰ ਕਵਰ ਕਰ ਲਿਆ। ਇਹਨੇ ਕਿਹਨੂੰ ਕਵਰ ਕਰ ਲਿਆ, ਬੀ ਨੂੰ ਵੀ ਕਵਰ ਕਰ ਲਿਆ ਨਾ। ਇਟ ਇਨਕਰੀਜ਼ ਵੈਨ ਰਿਵਾਰਡ ਇਜ਼ ਗਿਵਨ, ਤਾਂ ਇਹਦੇ ਵਿੱਚ ਹੈਗਾ ਦੇਅਰ ਇਜ਼ ਏ ਪਲੇਸ ਆਫ ਰਿਵਾਰਡ ਆਪਾਂ ਨੂੰ ਦਿੱਤਾ ਹੋਇਆ, ਬਟ ਇਟ ਡਿਪੈਂਡਸ ਅਪੋਨ। ਪਰ ਇੱਕ ਗੱਲ ਹੈ ਕਿ ਡਿਪੈਂਡ ਕਰਦੀ ਸੈਲਫ ਰਿਸਪੈਕਟ ਤੇ ਹਾਊ ਆਪਾਂ ਮੋਟੀਵੇਸ਼ਨ ਜਿਹੜੀ ਆ ਉਹ ਚੇਂਜ ਕਰਦੀ ਹੈ। ਠੀਕ ਹੈ। ਤਾਂ ਆਪਣੇ ਕੋਲੇ ਕੀ ਆ ਗਿਆ, ਡੀ ਆਪਸ਼ਨ ਇਜ਼ ਦਾ ਰਾਈਟ ਆਨਸਰ। ਤਾਂ ਇਹਦੇ ਨਾਲ ਜਿਹੜੇ ਤੁਹਾਡੇ ਕੁਐਸਚਨ ਨੰਬਰ ਪੇਪਰ ਆਪਣੇ ਕੋਲ ਹੈਗਾ ਸੀਗਾ 2013 ਦਾ CDP
ਚਾਈਲਡ ਡਿਵੈਲਪਮੈਂਟ ਤੇ ਪੈਡਾਗੋਗੀ ਵਾਲਾ ਜਿਹੜਾ ਪਾਰਟ ਆ ਉਹਦੇ 30 ਕੁਐਸਚਨ ਕੀ ਹੋ ਗਏ, ਕੰਪਲੀਟ ਹੋ ਗਏ। ਤਾਂ ਉਮੀਦ ਕਰਦਾ ਕਿ ਤੁਹਾਨੂੰ ਜਿਹੜੀ ਅੱਜ ਦੀ ਇਹ ਵੀਡੀਓ ਹੈ ਇਹ ਤੁਹਾਡੇ ਲਈ ਹੈਲਪਫੁਲ ਹੋਊਗੀ ਔਰ ਤੁਹਾਨੂੰ ਵਧੀਆ ਲੱਗੂਗੀ। ਇਹਦੇ ਵਿੱਚ ਕੁਝ ਕੁਐਸਚਨਸ ਹੈਗੇ ਸੀ ਜਿਨ੍ਹਾਂ ਦੇ ਆਨਸਰ ਬਹੁਤ ਜ਼ਿਆਦਾ ਮਤਲਬ ਡੀਪਲੀ ਜਾ ਕੇ ਸੀਗੇ, ਜਿਹਨੂੰ ਆਪਾਂ ਮੋਲਡ ਕਰਕੇ ਆਨਸਰ ਦੇ ਸਕਦੇ ਸੀਗੇ। ਠੀਕ ਹੈ, ਤਾਂ ਇਹ ਜਿਹੜੇ ਕੁਝ ਕੁਐਸਚਨ ਇਹੋ ਜਿਹੇ ਹੁੰਦੇ ਜਿਨ੍ਹਾਂ ਤੋਂ ਪ੍ਰਿੰਟਾਂ ਵੀ ਪੈਂਦੀਆਂ ਰਹਿੰਦੀਆਂ ਨੇ, ਬਟ ਤੁਹਾਨੂੰ ਮੇਨ ਗੱਲ ਹੈ ਕਿ ਇਹ ਕੁਐਸਚਨਾਂ ਤੋਂ ਇਹ ਆਈਡੀਆ ਹੋ ਜਾਊਗਾ ਕਿ ਤੁਹਾਨੂੰ ਪੇਪਰ ਦੇ ਵਿੱਚ ਕਿਹੋ ਜਿਹੇ ਕੁਐਸਚਨ, ਕਿਸ ਤਰ੍ਹਾਂ ਦਾ ਕੰਸੈਪਟ ਤੁਸੀਂ ਪੜ੍ਹ ਕੇ ਜਾਣਾ। ਅਤੇ ਉਮੀਦ ਕਰਦਾ ਕਿ ਜਿਹੜੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ। ਅੱਜ ਲਈ ਬਸ ਇੰਨਾ ਹੀ, ਧੰਨਵਾਦ।